ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ ਮੌਜੂਦ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਜੀ। ਬਹੁਤ ਬਹੁਤ ਧੰਨਵਾਦ ਜੀ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਅੱਜ ਮੈਨੂੰ ਕਿਸੇ ਨੇ ਕਿਹਾ ਕਿ ਅਕਾਲੀ ਦਲ ਦਾ ਬੀਜ ਨਾਸ਼ ਹੋ ਚੁੱਕਿਆ ਹੈ। ਇਹ ਬੜੀ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ, ਜਦੋਂ ਇੱਕ ਪਾਸੇ ਅਕਾਲੀ ਦਲ ਮੌਜੂਦਾ ਸਿਆਸਤ ਦੇ ਵਿੱਚ ਦੁਆਰਾ ਫਿਰ ਆਪਣੀ ਜ਼ਮੀਨ ਖੰਗਾਲ ਰਿਹਾ, ਜਦੋਂ ਇੱਕ ਪਾਸੇ ਅਕਾਲੀ ਦਲ ਵਿੱਚ ਤਬਦੀਲੀ ਦੀਆਂ ਗੱਲਾਂ ਆ ਰਹੀਆਂ, ਜਦੋਂ ਇੱਕ ਪਾਸੇ ਅਕਾਲੀ ਦਲ ਨੂੰ ਇਹ ਕਿਹਾ ਜਾਂਦਾ ਕਿ ਇਹ ਸਿੱਖਾਂ ਦੀ ਸਿਰਮੌਰ ਪਾਰਟੀ ਸੀ, ਸਿੱਖਾਂ ਦੀ ਸਿਰਮੌਰ ਜਥੇਬੰਦੀ ਸੀ, ਇਹ ਆਪਣੇ ਆਦਰਸ਼ਾਂ ਤੋਂ ਭਟਕ ਚੁੱਕੀ ਹੈ, ਤੇ ਫਿਰ ਅਖੀਰ 'ਚ ਕਿਹਾ ਜਾਂਦਾ ਕਿ ਤਾਂ ਫਿਰ ਸਿੱਖ ਨਿਗਲਿਆ ਗਿਆ। ਜੀ ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਇਹ ਕਿ ਅਕਾਲੀ ਦਲ ਖਤਮ ਨਹੀਂ ਹੁੰਦਾ, ਨਾ ਹੀ ਇਹਦਾ ਬੀਜ ਨਾਸ਼ ਹੋ ਸਕਦਾ ਹੈ। ਖਤਮ ਹੁੰਦਾ ਹੈ ਉਹ ਖਤਮ ਹੁੰਦੇ ਨੇ ਉਹ ਲੋਕ ਜਿਹੜੇ ਲੁਟੇਰੇ ਹੁੰਦੇ ਨੇ, ਜਿਹੜੇ ਧਰਮ ਦੇ ਨਾਂ ਤੇ ਕਮਾਈਆਂ ਕਰਦੇ ਨੇ। ਖਤਮ ਉਹ ਹੋ ਸਕਦੇ ਨੇ। ਅਕਾਲੀ ਦਲ ਨਾ ਤਾਂ ਲੁਟੇਰਾ ਪਾਰਟੀ ਹੈ, ਨਾ ਹੀ ਇਹਦਾ ਬੀਜ ਨਾਸ਼ ਹੋ ਸਕਦਾ ਹੈ, ਕਿਉਂਕਿ ਇਹ ਪੋਲੀਟੀਕਲ ਪਾਰਟੀ ਦੇ ਤੌਰ ਤੇ ਹੀ ਨਹੀਂ ਹੈ ਕੇਵਲ, ਇਹਦੇ ਹੋਰ ਵੀ ਬਹੁਤ ਵੱਡੇ ਵੱਡੇ ਨਿਸ਼ਾਨੇ ਨੇ। ਬੁਨਿਆਦੀ ਰੂਪ ਦੇ ਵਿੱਚ ਇਹ ਅਕਾਲੀ ਦਲ ਪੰਥਕ ਨਿਸ਼ਾਨਿਆਂ ਦੀ ਪੂਰਤੀ ਲਈ ਸਾਹਮਣੇ ਆਇਆ ਸੀ। ਜਦੋਂ ਤੱਕ ਪੰਥਕ ਨਿਸ਼ਾਨਿਆਂ ਦੀ ਪੂਰਤੀ ਹੁੰਦੀ ਰਹੀ, ਅਕਾਲੀ ਦਲ ਦੀਆਂ ਚੜ੍ਹਦੀਆਂ ਕਲਾ ਹੁੰਦੀਆਂ ਰਹੀਆਂ। ਲੇਕਿਨ ਜਦੋਂ ਅਕਾਲੀ ਦਲ ਪੰਥਕ ਨਿਸ਼ਾਨਿਆਂ ਦੀ ਪੂਰਤੀ ਨੂੰ ਭੁੱਲ ਕੇ ਇਹ ਪੋਲੀਟੀਕਲ ਪ੍ਰਾਪਤੀਆਂ ਵਾਲੇ ਪਾਸੇ ਪੈ ਗਿਆ ਤੇ ਇਹਦੀਆਂ ਚੜ੍ਹਦੀ ਕਲਾ ਹੋਣੀਆਂ ਬੰਦ ਹੋ ਗਈਆਂ। ਤੁਸੀਂ ਇਹ ਦੇਖੋ ਕਿ ਜਿੰਨੀ ਵਾਰ ਅਕਾਲੀ ਦਲ ਨੇ ਮੋਰਚੇ ਲਾਏ, ਜਿੰਨੀ ਵਾਰ ਪਹਿਲਾਂ ਅਕਾਲੀ ਦਲ ਨੇ ਚੋਣਾਂ ਵੀ ਜਿੱਤੀਆਂ ਬਹੁਤ ਵਾਰ, ਕਿਉਂਕਿ ਇਹ ਬੁਨਿਆਦੀ ਰੂਪ ਦੇ ਵਿੱਚ ਸਿੱਖਾਂ ਦੀ ਪੋਲੀਟੀਕਲ ਪਾਰਟੀ ਹੈ। ਸਿੱਖਾਂ ਨੇ ਅਕਾਲੀ ਦਲ ਨੂੰ ਪੂਰੇ ਦਿਲ ਨਾਲ ਵੋਟਾਂ ਪਾਈਆਂ, ਪੂਰੇ ਦਿਲ ਨਾਲ ਇਹਨਾਂ ਦੇ ਕਹੇ ਤੋਂ ਮੋਰਚਿਆਂ ਵਿੱਚ ਗਏ। ਜੇ ਹੋਰ ਵੀ ਕੋਈ ਇਹਨਾਂ ਨੇ ਕਾਲ ਕੀਤੀ ਸਿੱਖਾਂ ਨੂੰ, ਸਿੱਖਾਂ ਨੇ ਪੂਰੀ ਤਨਦੇਹੀ ਨਾਲ ਉਹਨੂੰ ਰਿਸਪੌਂਸ ਦਿੱਤਾ। ਲੇਕਿਨ ਜਦੋਂ ਇਹ ਅਕਾਲੀ ਦਲ ਇੱਕ ਪਰਿਵਾਰ ਦੀ ਗ੍ਰਿਫਤ ਵਿੱਚ ਆ ਗਿਆ, ਇੱਕ ਪਰਿਵਾਰ ਦੀ ਗ੍ਰਿਫਤ ਵਿੱਚ ਆਉਣ ਦਾ ਮਤਲਬ ਹੈ ਕਿ ਇਹਦੇ ਸਾਰਿਆਂ ਨਿਸ਼ਾਨਿਆਂ ਦਾ ਕੇਂਦਰੀਕਰਨ, ਸਾਰੇ ਆਸ਼ਿਆਂ ਅਤੇ ਉਦੇਸ਼ਾਂ ਦੀ ਪੂਰਤੀ ਇੱਕ ਪਰਿਵਾਰ ਦੇ ਉੱਤੇ ਕੇਂਦਰਿਤ ਹੋ ਗਈ। ਕਿਉਂਕਿ ਜੇ ਇੱਕ ਪਰਿਵਾਰ ਦੇ ਕੋਲ ਪ੍ਰਧਾਨਗੀ ਹੈ, ਅਕਾਲੀ ਦਲ ਦੀ ਪ੍ਰਧਾਨਗੀ ਕਿਸੇ ਇੱਕ ਵਿਅਕਤੀ ਦੀ ਜੱਦੀ ਨਹੀਂ ਹੈ। ਕੋਈ ਵਿਅਕਤੀ ਇਹਦਾ ਜੱਦੀ ਮਾਲਕ ਨਹੀਂ ਹੈ। ਵੈਸੇ ਤਾਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਵੀ ਵਿਅਕਤੀ ਜੱਦੀ ਮਾਲਕ ਨਹੀਂ ਹੁੰਦਾ, ਅਕਾਲੀ ਦਲ ਦਾ ਤਾਂ ਹੋ ਹੀ ਨਹੀਂ ਸਕਦਾ। ਅਕਾਲੀ ਦਲ ਦਾ ਪ੍ਰਧਾਨ ਸਮੁੱਚੇ ਪੰਥ ਦਾ ਨੁਮਾਇੰਦਾ ਹੁੰਦਾ ਹੈ। ਜਦੋਂ ਉਹ ਪ੍ਰਧਾਨ ਇਹ ਸੋਚ ਲਏ ਕਿ ਮੇਰੇ ਪਿੱਛੋਂ ਮੇਰਾ ਹੀ ਪੁੱਤਰ ਆਵੇ ਜਾਂ ਮੇਰੇ ਹੀ ਪਰਿਵਾਰ ਦਾ ਕੋਈ ਮੈਂਬਰ ਆਵੇ, ਸਮਝ ਲਓ ਕਿ ਉੱਥੇ ਪੰਥਕ ਨਿਸ਼ਾਨਿਆਂ ਦੀ ਪੂਰਤੀ ਤੋਂ ਉਹ ਪਾਸਾ ਵੱਟ ਰਿਹਾ ਹੁੰਦਾ ਪ੍ਰਧਾਨ। ਸੋ ਮੈਂ ਖੁੱਲੇ ਸ਼ਬਦਾਂ ਦੇ ਵਿੱਚ, ਸਾਫ਼ ਸ਼ਬਦਾਂ 'ਚ ਕਹਿਣਾ, ਜਦੋਂ ਇਹਦੀ ਪ੍ਰਧਾਨਗੀ ਬਾਦਲ ਪਰਿਵਾਰ ਕੋਲੇ ਆ ਗਈ ਤਾਂ ਬਾਦਲ ਪਰਿਵਾਰ ਨੇ ਇਸ ਪ੍ਰਧਾਨਗੀ ਨੂੰ ਹਰ ਹਾਲਤ ਵਿੱਚ ਆਪਣੇ ਪਰਿਵਾਰ ਦੇ ਵਿੱਚ ਰੱਖਣ ਦੀ ਹੀ ਇਹਨੇ ਜਿੱਦ ਪਕੜ ਲਈ। ਉਹ ਇਹ ਨਹੀਂ ਦੇਖਿਆ ਕਿ ਉਹਨਾਂ ਦਾ ਪੁੱਤਰ ਪ੍ਰਧਾਨ ਬਣਨ ਦੇ ਕਾਬਿਲ ਹੈ ਜਾਂ ਨਹੀਂ ਹੈ। ਹਾਂ, ਜੇਕਰ ਪ੍ਰਧਾਨ ਬਣਨ ਦੇ ਕਾਬਿਲ ਵੀ ਹੁੰਦਾ ਫਿਰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਮੰਨੀ ਜਾ ਸਕਦੀ ਸੀ। ਪਰ ਸੁਖਬੀਰ ਸਿੰਘ ਬਾਦਲ ਤਾਂ ਜਦੋਂ ਪ੍ਰਧਾਨ ਬਣਿਆ ਅਕਾਲੀ ਦਲ ਦਾ, ਪ੍ਰਧਾਨਗੀ ਤੋਂ ਕੋਹਾਂ ਦੂਰ ਪਰੇ ਸੀ, ਸਿੱਖੀ ਤੋਂ ਕੋਹਾਂ ਦੂਰ ਪਰੇ ਸੀ, ਅਕਾਲੀ ਦਲ ਦੇ ਆਸ਼ਿਆਂ ਤੇ ਉਦੇਸ਼ਾਂ ਤੋਂ ਕੋਹਾਂ ਦੂਰ ਸੀ। ਸੋ ਇਸੇ ਕਰਕੇ ਜਦੋਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਣਿਆ ਅਕਾਲੀ ਦਲ ਮਖੌਲ ਦਾ ਪਾਤਰ ਹੋਣ ਲੱਗ ਗਿਆ। ਅਕਾਲੀ ਦਲ ਦੀਆਂ ਨੀਤੀਆਂ ਵੀ ਮਖੌਲ ਦਾ ਪਾਤਰ ਬਣਨ ਲੱਗ ਪਈਆਂ। ਕਹਿਣ ਵਾਲੇ ਕਹਿਣ ਲੱਗ ਪਏ ਕਿ ਬਈ ਇਹ ਪੰਥਕ ਨਿਸ਼ਾਨਿਆਂ ਤੋਂ ਦੂਰ ਜਾਣ ਲੱਗ ਪਿਆ ਅਕਾਲੀ ਦਲ। ਕਿਸੇ ਦਿਨ ਇਹ ਜਿਹੜਾ ਅਕਾਲੀ ਦਲ ਹੈ ਬਾਦਲ ਪਰਿਵਾਰ ਦੀ ਅਗਵਾਈ ਵਾਲਾ, ਇਹ ਖਤਮ ਹੋ ਜਾਏਗਾ।
ਖਤਮ ਹਾਰ ਤਾਂ ਸੁਖਵਿੰਦਰ ਜੀ 2017 ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਗਿਆ ਸੀ, ਬਹੁਤ ਵੱਡੀ ਸਜ਼ਾ ਸੀ ਉਹ ਵੀ ਜੀ, ਕਿਉਂਕਿ ਜਿਸ ਪੰਜਾਬ ਦੀ ਕ੍ਰੀਏਸ਼ਨ ਲਈ ਅਕਾਲੀ ਦਲ ਜ਼ਿੰਮੇਵਾਰ ਸੀ ਪੰਜਾਬੀ ਸੂਬੇ ਲਈ, ਸਾਡਾ ਸਭ ਦਾ ਨਿਸ਼ਾਨਾ ਇਹ ਸੀ ਕਿ ਪੰਜਾਬੀ ਸੂਬਾ ਬਣਨ ਨਾਲ ਜਿਸ ਤਰ੍ਹਾਂ ਦੀ ਵੀ ਸਟੇਟ ਬਣੇਗੀ ਉਹਦੇ ਵਿੱਚ ਸਿੱਖਾਂ ਦੀ ਮੈਜੋਰਟੀ ਹੋਏਗੀ, ਸਿੱਖਾਂ ਦੀ ਮੈਜੋਰਟੀ ਹੋਏਗੀ ਤਾਂ ਸਿੱਖ ਰਾਜ ਕਰਨਗੇ ਉੱਥੇ। ਤੇ ਜਦੋਂ ਇਹ ਪੰਥਕ ਨਿਸ਼ਾਨਿਆਂ ਦੀ ਪੂਰਤੀ ਤੋਂ ਪਰੇ ਜਾਣ ਲੱਗ ਪਿਆ ਤਾਂ ਸਿੱਖ ਹੀ ਸੋਚਣ ਲੱਗ ਪਏ ਕਿ ਇਹ ਹੁਣ ਪੰਥਕ ਨਿਸ਼ਾਨਿਆਂ ਤੋਂ ਪਰੇ ਹੋਣ ਲੱਗ ਪਿਆ ਹੈ ਅਕਾਲੀ ਦਲ, ਕਿਤੇ ਐਸਾ ਨਾ ਹੋਵੇ ਕਿ ਕਿਤੇ ਇਹਦੀਆਂ ਢਹਿੰਦੀਆਂ ਕਲਾਂ ਸ਼ੁਰੂ ਹੋ ਜਾਣ। ਤੇ ਉਹੀ ਹੋ ਗਈਆਂ ਸ਼ੁਰੂ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਤਾ ਤੇ 2017 ਦੀ ਇਹਨਾਂ ਨੇ, ਸੁਖਬੀਰ ਸਿੰਘ ਬਾਦਲ ਭਾਵੇਂ ਉਦੋਂ ਉਪ ਮੁੱਖ ਮੰਤਰੀ ਸੀ ਲੇਕਿਨ ਅਕਾਲੀ ਦਲ ਦਾ ਪ੍ਰਧਾਨ ਸੀ, 10 ਸਾਲ ਹਕੂਮਤ ਰਹੀ। ਇੱਕ ਰਿਕਾਰਡ ਸੀ, ਪਹਿਲਾ ਰਿਕਾਰਡ ਸੀ ਇਹ ਇਤਿਹਾਸ ਦਾ ਕਿ ਅਕਾਲੀ ਦਲ ਦੀ ਹਕੂਮਤ 10 ਸਾਲਾਂ ਤੱਕ ਰਹੀ ਹੋਵੇ ਲਗਾਤਾਰ, ਨਹੀਂ ਤਾਂ ਪਹਿਲਾਂ ਪੂਰੇ ਕਦੇ 5 ਸਾਲ ਵੀ ਨਹੀਂ ਸੀ ਕੱਟਦੀ। ਸੋ ਸਿੱਖਾਂ ਨੇ ਵੀ ਹੈਰਾਨੀ ਨਾਲ ਤੱਕਿਆ ਸੀ, ਦੂਸਰੀਆਂ ਨਿਗਾਹਾਂ ਨੇ ਵੀ ਅਕਾਲੀ ਦਲ ਵੱਲ ਹੈਰਾਨੀ ਨਾਲ ਤੱਕਿਆ ਸੀ। ਇਹਨਾਂ 10 ਸਾਲਾਂ ਵਿੱਚ ਪੰਥਕ ਉਦੇਸ਼ਾਂ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਇਸ ਬੰਦੇ ਨੇ, ਸੁਖਬੀਰ ਸਿੰਘ ਬਾਦਲ ਨੇ। ਕਿਵੇਂ ਰੱਖ ਦਿੱਤਾ ਮੈਂ ਥੋੜੀ ਜਿਹੀ ਡਿਟੇਲ ਨਾਲ ਮੈਂ ਦੱਸਣਾ ਚਾਹੁੰਦਾ। ਸੁਖਬੀਰ ਸਿੰਘ ਬਾਦਲ ਕਿਉਂਕਿ ਅਕਾਲੀ ਦਲ ਦੀ ਪ੍ਰਧਾਨਗੀ ਦੇ ਫਿੱਟ ਹੀ ਨਹੀਂ ਸੀ, ਕਿਉਂਕਿ ਉਹ ਅਕਾਲੀ ਹੀ ਨਹੀਂ ਸੀ ਕਿਸੇ ਪਾਸਿਓਂ, ਨਾ ਉਹਦਾ ਦਿਮਾਗ ਅਕਾਲੀ ਸੀ ਨਾ ਉਹਦਾ ਚਿਹਰਾ ਮੋਹਰਾ ਅਕਾਲੀ ਸੀ। ਉਹਦੇ ਦਿਮਾਗ ਵਿੱਚ ਜਾਂ ਤਾਂ ਗੱਲਾਂ ਇਹ ਆਪਣੇ ਆਪ ਪੈਣੀਆਂ ਸ਼ੁਰੂ ਹੋ ਗਈਆਂ ਜਾਂ ਕਿਸੇ ਨੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੀ ਸਿੱਖ ਤਾਂ ਪੰਜਾਬੀ ਸੂਬੇ ਦੇ ਵਿੱਚ ਵੀ ਮਿਨੋਰਟੀ 'ਚ ਜਾ ਰਹੇ ਨੇ, ਇਹ ਗੱਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਹੜਾ ਮੀਡੀਆ ਸੀ, ਹਰ ਕਿਸਮ ਦਾ ਮੀਡੀਆ, ਪ੍ਰਿੰਟ ਮੀਡੀਆ ਵੀ ਤੇ ਇਲੈਕਟ੍ਰੋਨਿਕ ਮੀਡੀਆ ਵੀ, ਫੇਸਬੁੱਕ ਵੀ, ਸੋਸ਼ਲ ਮੀਡੀਆ, ਇਹਦੇ ਤੇ ਵੀ ਇਹਨਾਂ ਗੱਲਾਂ ਦੀ ਭਰਮਾਰ ਹੋਣੀ ਸ਼ੁਰੂ ਹੋ ਗਈ ਜੀ। ਡੇਰਿਆਂ ਦੀ ਵੋਟ ਬਹੁਤ ਹੈ, ਫਲਾਣਾ ਡੇਰਾ ਹੈ, ਫਲਾਣੇ ਇਲਾਕੇ 'ਚ ਉਹਦੀ ਵੋਟ ਬਹੁਤ ਹੈ, ਮਾਲਵੇ ਦੇ ਵਿੱਚ ਇੱਕ ਡੇਰਾ ਰਾਮ ਰਹੀਮ ਦਾ ਉਹਦੀ ਵੋਟ ਬਹੁਤ ਵੱਧਦੀ ਜਾ ਰਹੀ ਹੈ। ਉਹਦੇ ਹਰੇਕ ਜਿਹੜੇ ਫਾਲੋਅਰ ਨੇ ਹਰੇਕ ਵਿਧਾਨ ਸਭਾ ਦੇ ਵਿੱਚ 10 ਤੋਂ ਲੈ ਕੇ 20,000 ਦੀ ਗਿਣਤੀ ਤੱਕ ਨੇ। ਇਹੀ ਰਾਮ ਰੌਲਾ ਪੈ ਗਿਆ ਸਾਰੇ ਪਾਸੇ। ਪਤਾ ਨਹੀਂ ਤਾਂ ਇਹ ਏਜੰਸੀਆਂ ਨੇ ਜਾਣ ਬੁੱਝ ਕੇ ਰੌਲਾ ਪਾਇਆ ਸੀ, ਪਤਾ ਨਹੀਂ ਕਿਵੇਂ ਰੌਲਾ ਪਿਆ ਸੀ, ਇਹ ਰੱਬ ਜਾਣੇ। ਇਹਦਾ ਅਸਰ ਸੁਖਬੀਰ ਸਿੰਘ ਬਾਦਲ ਦੇ ਦਿਮਾਗ ਤੇ ਹੋ ਗਿਆ ਸੀ। ਸੁਖਬੀਰ ਸਿੰਘ ਬਾਦਲ ਦੇ ਦਿਮਾਗ 'ਚ ਇਹ ਗੱਲ ਬਹਿ ਗਈ ਕਿ ਸਿੱਖ ਤਾਂ ਮਿਨੋਰਟੀ 'ਚ ਜਾ ਰਹੇ ਨੇ, ਕਿਉਂ ਨਾ ਕੀ ਹੋਵੇ, ਸਿੱਖ ਤਾਂ ਆਪਣੇ ਹੱਥ 'ਚ ਹੈ ਨਹੀਂ ਹੈ। ਅਗਰ ਮਿਨੋਰਟੀ 'ਚ ਵੀ ਜਾਂਦੇ ਨੇ, ਅਗਰ ਉਹ ਮੈਜੋਰਟੀ ਵਿੱਚ ਵੀ ਹੈਗੇ, ਉਹ ਤਾਂ ਆਪਣੇ ਹੱਥ 'ਚ ਹੈ ਨਹੀਂ ਹੈ, ਕਿਉਂਕਿ ਆਪਾਂ ਅਕਾਲੀ ਦਲ ਦੇ ਵਾਰਸ ਆ। ਆਪਾਂ ਕਿਉਂ ਨਾ ਇਹ ਕਰੀਏ ਕਿ ਸਿੱਖਾਂ ਦੀ ਵੋਟ ਦੇ ਨਾਲ ਨਾਲ ਜਿਹੜੀਆਂ ਦੂਜੀਆਂ ਡੇਰਿਆਂ ਦੀਆਂ ਵੋਟਾਂ ਨੇ ਆਪਾਂ ਉਹਨਾਂ ਨੂੰ ਵੀ ਖੁਸ਼ ਕਰਨਾ ਸ਼ੁਰੂ ਕਰ ਦਈਏ। ਸੁਖਵਿੰਦਰ ਸਿੰਘ, ਇਹਦੇ ਦਿਮਾਗ ਨੇ, ਇਹਦੇ ਵੱਧ ਦਿਮਾਗ ਨੇ, ਸੁਖਬੀਰ ਸਿੰਘ ਬਾਦਲ ਦੇ ਵੱਧ ਦਿਮਾਗ ਨੇ ਇਹ ਕਰਨਾ ਸ਼ੁਰੂ ਕਰ ਦਿੱਤਾ ਕਿ ਇਹਨੇ ਸਿੱਖਾਂ ਨੂੰ ਛੱਡ ਕੇ, ਤਿਆਗ ਕੇ, ਜਿਹੜੇ ਡੇਰਿਆਂ ਦੀਆਂ ਵੋਟਾਂ ਸਨ, ਖਾਸ ਕਰਕੇ ਜਿਹੜਾ ਗੁਰਮੀਤ ਰਾਮ ਰਹੀਮ ਦਾ ਡੇਰਾ ਸੀ, ਉਹਦੇ ਡੇਰੇਦਾਰਾਂ ਨੂੰ, ਉਹਦੇ ਪੈਰੋਕਾਰਾਂ ਨੂੰ ਖੁਸ਼ ਕਰਨਾ ਸ਼ੁਰੂ ਕਰ ਦਿੱਤਾ। ਡੇਰਾ ਤਾਂ ਇੱਕ ਹੋਰ ਵੀ ਹੈ ਦੁਆਬੇ ਦੇ ਵਿੱਚ, ਉਹਦੇ ਡੇਰੇਦਾਰਾਂ ਕੋਲੇ ਵੀ ਇਹਨਾਂ ਦੇ ਗੇੜੇ ਵੱਧ ਗਏ ਸੀ, ਪਰ ਇਹਨੇ ਰਾਮ ਰਹੀਮ ਵਾਲੇ ਡੇਰੇ ਨੂੰ ਜ਼ਿਆਦਾ ਖੁਸ਼ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹਨੇ ਖੁਸ਼ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਆਪਣੀ ਕੀਮਤ ਵਟਣੀ, ਕੀਮਤ ਵਸੂਲਣੀ ਵੀ ਸ਼ੁਰੂ ਕਰ ਦਿੱਤੀ। ਕੀ ਕੀਮਤ ਵਸੂਲੀ? ਤੁਹਾਡੇ ਸਾਹਮਣੇ ਹੈ ਕਿ ਉਹਨਾਂ ਨੇ ਸਰੇਆਮ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਚੋਰੀ ਕਰਕੇ ਸਰੇਆਮ ਇਸ਼ਤਿਹਾਰ ਲਾਏ ਕੰਧਾਂ ਦੇ ਉੱਤੇ, ਪਿੰਡਾਂ ਦੇ ਵਿੱਚ, ਉਹ ਸਿੱਖੋ ਅਸੀਂ ਤੁਹਾਡਾ ਗੁਰੂ ਚਲਾ ਲਿਆ ਓਏ, ਜੇ ਤੁਹਾਡੇ 'ਚ ਹਿੰਮਤ ਹੈ ਫੜ ਲਓ ਸਾਨੂੰ। ਪੰਜਾਬ ਦੇ ਵਿੱਚ, ਸਿੱਖਾਂ ਦੇ ਪਿੰਡਾਂ ਦੇ ਵਿੱਚ, ਔਰ ਇਹਦੀ ਹਿੰਮਤ ਨਹੀਂ ਪਈ। ਇਹਦੀ ਪਤਾ ਵੀ ਲੱਗ ਗਿਆ ਸੀ ਕੌਣ ਨੇ, ਉਹ ਪਤਾ ਲੱਗਦਾ ਸੀ ਕਿ ਕੌਣ ਨੇ ਚਲਾਉਣ ਵਾਲੇ, ਇਹਦੀ ਹਿੰਮਤ ਨਹੀਂ ਪਈ। ਖੁੱਲੀ ਛੁੱਟੀ ਦੇਤੀ ਔਰ ਉਹ ਖੁੱਲੇ ਆਮ ਸਿੱਖੀ ਦਾ ਮਖੌਲ ਉਡਾਉਣ ਲੱਗ ਪਏ, ਗੁਰੂ ਗ੍ਰੰਥ ਸਾਹਿਬ ਦਾ ਮਖੌਲ ਉਡਾਉਣ ਲੱਗ ਪਏ। ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ। ਇਹਨਾਂ 10 ਸਾਲਾਂ ਦਾ ਅੰਤ ਇਹ ਸੀ ਸੁਖਵਿੰਦਰ ਜੀ ਕਿ ਅਕਾਲੀ ਦਲ
ਇੱਕ ਵੀ ਬੇਅਦਬੀ ਵਾਲੇ ਦੋਸ਼ੀ ਨੂੰ ਫੜ ਨਹੀਂ ਸਕਿਆ ਜਾਂ ਫੜਿਆ। ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਵਾਲੇ ਦੋਸ਼ੀ ਨੂੰ ਫੜ ਨਹੀਂ ਸਕਿਆ ਜਾਂ ਇਹਨੇ ਫੜਨਾ ਨਹੀਂ ਚਾਹਿਆ। ਔਰ ਸਿੱਖਾਂ ਨੂੰ ਅੰਤਾਂ ਦਾ ਗੁੱਸਾ ਸੀ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ। ਅਕਾਲੀ ਦਲ ਦੀ ਲੀਡਰਸ਼ਿਪ ਉਦੋਂ ਸੁਖਬੀਰ ਸਿੰਘ ਬਾਦਲ ਦੀ ਸੀ। ਅਗਲੀ ਗੱਲ, ਵੋਟਾਂ ਉਦੋਂ 2017 ਦੀਆਂ 4 ਫਰਵਰੀ ਨੂੰ ਪਈਆਂ ਸੀ। 4 ਫਰਵਰੀ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਵੋਟਾਂ 2 ਫਰਵਰੀ ਨੂੰ 1 ਜਾਂ 2 ਫਰਵਰੀ ਨੂੰ ਗੁਰਮੀਤ ਰਾਮ ਰਹੀਮ ਦੇ ਡੇਰੇ, ਕਿੱਥੇ ਸੀ ਡੇਰਾ ਉਹਦਾ, ਮੇਰੇ ਯਾਦ ਨਹੀਂ, ਉਹਦਾ ਮੈਨੂੰ ਯਾਦ ਕਰਨ ਦੀ ਲੋੜ ਵੀ ਨਹੀਂ ਹੈਗੀ। ਉਹਦੇ ਡੇਰੇ 'ਚ ਅਕਾਲੀ ਦਲ ਦੀ ਪੂਰੀ ਵਰਕਿੰਗ ਕਮੇਟੀ ਤੇ ਜਿਹੜੇ ਹੋਰ ਸੀਨੀਅਰ ਲੀਡਰ ਸਨ ਉੱਥੇ ਬੈਠੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ, ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰੇ ਦਾ ਨਾਮ ਸਿਮਰਨ ਕਰ ਰਹੇ ਸੀ। ਉਹਦੀ ਸੰਗਤ 'ਚ ਬੈਠੇ। ਇਹ ਅਸੀਂ ਦੇਖਿਆ, ਮੈਂ ਦੇਖਿਆ ਹੈ। ਮੈਂ ਦੇਖ ਕੇ ਮੈਂ ਆਪਣੇ ਆਪ ਤੇ ਕਾਬੂ ਨਹੀਂ ਪਾ ਸਕਿਆ। ਮੈਂ ਉਦੋਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ, ਮੈਂ ਨਾਂ ਭੁੱਲ ਗਿਆ, ਉਹ ਜਥੇਦਾਰ ਸੀ, ਉਹਨੇ ਫਿਰ ਰਿਜ਼ਾਈਨ ਕਰਤਾ ਸੀ ਮਗਰੋਂ। ਜੇ ਤੁਹਾਡੇ ਯਾਦ ਆਉਂਦਾ ਤਾਂ ਮੈਨੂੰ ਦੱਸ ਦਿਓ। ਸ਼ਾਇਦ ਮੈਂ ਉਹਨੂੰ ਫੋਨ, ਹੈ ਜੀ, ਸ਼ਾਇਦ ਗਿਆਨੀ ਤਰਲੋਚਨ ਸਿੰਘ ਸੀਗੇ ਨਾ, ਨਹੀਂ, ਹੋਰ ਸਨ। ਮੈਂ ਉਹਨਾਂ ਨੂੰ ਫੋਨ ਕੀਤਾ, ਮੇਰੇ ਕੋਲ ਫੋਨ ਸੀ। ਮੈਂ ਕਿਹਾ ਜਥੇਦਾਰ ਜੀ ਆਹ ਕੀ ਹੋ ਰਿਹਾ ਹੈ। ਮੈਨੂੰ ਜਥੇਦਾਰ ਨੇ ਇਹੀ ਜਵਾਬ ਦਿੱਤਾ ਫੋਨ ਤੇ ਕਿ ਭਾਈ ਸਾਹਿਬ ਤੁਸੀਂ ਮੈਨੂੰ ਆ ਕੇ ਮਿਲੋ, ਫੋਨ ਤੇ ਗੱਲ ਨਾ ਕਰੋ। ਇਹਦਾ ਮਤਲਬ ਜਥੇਦਾਰ ਵੀ ਕੋਈ ਦਿਲ ਦੀਆਂ ਡੂੰਘਾਈਆਂ ਤੋਂ ਗੱਲਾਂ ਕਰਨੀਆਂ ਚਾਹੁੰਦਾ ਸੀ। ਨਾ ਮੇਰੇ ਯਾਦ ਆ ਜਾਊਗਾ ਹੌਲੀ ਹੌਲੀ। ਉਹ ਅੱਜ ਅਸਤੀਫਾ ਦੇ ਗਏ ਸੀ ਜਦੋਂ ਮਗਰੋਂ ਇਹਨਾਂ ਨੇ ਸਾਰੇ ਜਥੇਦਾਰਾਂ ਨੂੰ ਬਾਦਲ ਦੀ ਕੋਠੀ ਤੇ ਬੁਲਾਇਆ, ਉਦੋਂ ਉਹ ਅਸਤੀਫਾ ਦੇ ਗਏ ਸੀ। ਤੇ ਬੇਸ਼ੱਕ ਉਹਨਾਂ ਦਾ ਨਾਮ ਸ਼ਾਇਦ ਗਿਆਨੀ ਗੁਰਮੁਖ ਸਿੰਘ ਸੀਗਾ, ਸ਼ਾਇਦ ਗਿਆਨੀ ਗੁਰਮੁਖ ਸਿੰਘ, ਸ਼ਾਇਦ ਮੇਰਾ ਖਿਆਲ ਹੈ, ਪਰ ਮੈਂ ਅਜੇ ਮੈਨੂੰ ਪੱਕਾ ਪਤਾ ਨਹੀਂ। ਭਾਵੇਂ ਅੱਜ ਕੱਲ੍ਹ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਵਿੱਚ ਨੇ। ਇਹ ਉਹਨਾਂ ਦੀ ਗਰੀਬੀ ਦੀ ਹਾਲਤ ਕਰਕੇ ਹੈ। ਮੈਨੂੰ ਪਿੱਛੋਂ ਪਤਾ ਲੱਗਿਆ ਜਦੋਂ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਮਿਲੋ ਆ ਕੇ, ਇਹ ਗੱਲਾਂ ਮੈਨੂੰ ਮਿਲ ਕੇ ਕਰੋ। ਮੈਨੂੰ ਪਿੱਛੋਂ ਪਤਾ ਲੱਗਿਆ ਹੈ ਕਿ ਉਹ ਇਹ ਕਹਿਣਾ ਚਾਹੁੰਦੇ ਸੀ ਭਾਈ ਮੇਰੀ ਇਕਨੋਮਿਕ ਹਾਲਤ ਇੰਨੀ ਨਹੀਂ ਕਿ ਮੈਂ ਬਾਦਲਾਂ ਦੇ ਖਿਲਾਫ ਬਗਾਵਤ ਕਰ ਸਕਾਂ ਜਾਂ ਮੈਂ ਖੁੱਲ੍ਹੇਆਮ ਉੱਠ ਕੇ ਗੱਲ ਕਰ ਸਕਾਂ। ਇਹ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਉਦੋਂ। ਮੈਂ ਤੁਹਾਨੂੰ ਦੱਸ ਦਿਆਂ ਗੱਲ, ਹੋਰ ਕੋਈ ਗੱਲ ਹੋਈ ਹੋਵੇ ਨਾ ਹੋਈ ਹੋਵੇ, ਇਹ 1 ਜਾਂ 2 ਤਰੀਕ ਦੀ ਗੱਲ ਸੀ। 1 ਤਰੀਕ ਦੀ ਗੱਲ ਸੀ ਇਹ, 1 ਫਰਵਰੀ ਦੀ। 3 ਫਰਵਰੀ ਨੂੰ ਸਾਰੇ ਪੰਥ ਦੀ ਵੋਟ ਇੱਕਦਮ ਪਾਸਾ ਪਲਟਾ ਗਈ ਸੀ। ਅਕਾਲੀਆਂ ਦੇ ਉਲਟ ਹੋ ਗਈ ਸੀ। ਔਰ ਸਿੱਖਾਂ ਨੇ ਇਹ ਤੈਅ ਕਰ ਲਿਆ ਸੀ ਅਸੀਂ ਅਕਾਲੀ ਦਲ ਦੇ ਕੈਂਡੀਡੇਟ ਨੂੰ ਵੋਟ ਨਹੀਂ ਪਾਉਣੀ, ਹੋਰ ਜਿਹਨੂੰ ਮਰਜ਼ੀ ਵੋਟ ਪਾ ਦਈਏ। ਰਿਜ਼ਲਟ ਉਹਦਾ 2017 ਦੀਆਂ ਚੋਣਾਂ ਦਾ ਇਹ ਹੋਇਆ ਕਿ ਅਕਾਲੀ ਦਲ ਵਿਧਾਨ ਸਭਾ ਦੀ ਅਪੋਜੀਸ਼ਨ ਪਾਰਟੀ ਵੀ ਨਹੀਂ ਬਣ ਸਕਿਆ, 3ਜੇ ਨੰਬਰ ਤੇ ਚਲਿਆ ਗਿਆ। ਫਿਰ ਸੁਖਵਿੰਦਰ, ਇਹਨਾਂ ਨੇ ਅਜੇ ਵੀ ਸਬਕ ਨਹੀਂ ਸਿੱਖਿਆ ਸੀ। 2017 ਦੀਆਂ ਵੋਟਾਂ ਦੇ ਵਿੱਚ ਹਾਰ ਤੋਂ ਵੀ ਸਬਕ ਨਹੀਂ ਸੀ ਸਿੱਖਿਆ। ਇਹਨਾਂ ਨੇ ਆ ਹੁਣ 2022 ਦੀਆਂ ਚੋਣਾਂ ਵਿੱਚ ਵੀ ਸਭ ਕੁਝ ਭੁਲਾ ਕੇ ਸਿੱਖਾਂ ਨੂੰ ਧੋਖੇ ਵਿੱਚ ਰੱਖ ਕੇ ਫਿਰ ਚੋਣਾਂ ਲੜਨ ਦੀ ਕੋਸ਼ਿਸ਼ ਕੀਤੀ। ਇਹਨਾਂ ਚੋਣਾਂ ਦੇ ਵਿੱਚ ਪੰਥ ਨੇ, ਸਿੱਖ ਜਗਤ ਨੇ ਇਹਨਾਂ ਨੂੰ ਪਹਿਲਾਂ ਨਾਲੋਂ ਵੀ ਵੱਡੀ ਸਜ਼ਾ ਦਿੱਤੀ, ਸਿਰਫ 3 ਸੀਟਾਂ ਆਈਆਂ ਨੇ 117 ਵਿੱਚੋਂ। ਇਹ ਇੱਕ ਸਾਫ਼ ਅਤੇ ਸਪਸ਼ਟ ਸਿੱਟਾ ਹੈ ਇਹਦੀ ਗਲਤ ਪਾਲਿਸੀ ਦਾ, ਜੋ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਬਣ ਕੇ ਜੋ ਪਾਲਿਸੀ ਅਪਣਾਈ ਉਹਦਾ ਸਿੱਟਾ ਹੈ ਇਹ। ਇਹਨਾਂ ਸਿੱਟਿਆਂ ਨੂੰ ਦੇਖ ਕੇ ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਹੈ ਕਿ ਅਕਾਲੀ ਦਲ ਦਾ ਬੀਜ ਨਾਸ ਹੋ ਗਿਆ, ਭਾਈ ਲੋਕਾਂ ਨੇ ਤਾਂ ਕਹਿਣਾ ਹੀ ਹੈ ਕਿ ਅਕਾਲੀ ਦਲ ਦਾ ਤਾਂ ਬਿਲਕੁਲ ਬੀਜ ਨਾਸ ਹੋ ਗਿਆ। ਸੀਟਾਂ ਹੀ 3 ਆਈਆਂ ਨੇ, ਅਗਲੀ ਵਾਰ ਸ਼ਾਇਦ 3 ਵੀ ਨਾ ਆਉਣ। ਅਜੇ ਵੀ ਇਹ ਜੇ ਸਬਕ ਨਾ ਸਿੱਖਿਆ ਨਾ, ਅਗਲੀ ਵਾਰ 3 ਵੀ ਨਹੀਂ ਆਉਣੀਆਂ। ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਨੇ 2024 ਚ। ਅਗਲੇ ਮਹੀਨੇ ਜੂਨ ਦੇ ਵਿੱਚ ਸੰਗਰੂਰ ਦੀ ਉਪਚੋਣ ਆ ਰਹੀ ਹੈ ਪਾਰਲੀਮੈਂਟ ਦੀ। ਇਹਨਾਂ ਦੀ ਹਿੰਮਤ ਨਹੀਂ ਪੈ ਰਹੀ ਅਜੇ ਤੱਕ। ਅਖਬਾਰਾਂ ਦੇ ਵਿੱਚ ਜੋ ਰੈਫਰੈਂਸ ਆਉਂਦੇ ਨੇ ਇਹਨਾਂ ਦੀ ਪਾਲਿਸੀ ਬਾਰੇ, ਇਹੀ ਆਉਂਦੇ ਨੇ ਕਿ ਇਹਨਾਂ ਦੀ ਹਿੰਮਤ ਨਹੀਂ ਪੈ ਰਹੀ
ਕਿ ਨਿਧੜਕ ਹੋ ਕੇ ਪਾਰਲੀਮੈਂਟ ਦੀ ਸੰਗਰੂਰ ਦੀ ਪਾਰਲੀਮੈਂਟ ਦੀ ਚੋਣ ਲੜ ਸਕਣ, ਕਿਉਂਕਿ ਮਨ ਦੇ ਵਿੱਚ ਪਾਪ ਹੈ। ਇਹ ਹਿੱਲ ਚੁੱਕੇ ਨੇ, ਸਿੱਖਾਂ ਨੇ ਇਹਨਾਂ ਦੇ ਪੈਰ ਹਿਲਾ ਦਿੱਤੇ ਨੇ। ਸੋ ਜੇ ਤੁਸੀਂ ਇਹੋ ਜਿਹੇ ਕਮ ਅਕਲ ਬੰਦੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਰੱਖੋਗੇ ਭਾਈ, ਰਿਜ਼ਲਟ ਤਾਂ ਇਹੀ ਹੋਏਗਾ ਜੋ ਹੁਣ ਹੋ ਚੁੱਕਿਆ ਜੀ। ਸਭ ਇਹ ਸਾਰਾ ਕੁਝ ਕਦ ਤੇ ਲਿਖਿਆ ਆ? 2017 ਦੀਆਂ ਇਲੈਕਸ਼ਨ, 2022 ਦੀਆਂ ਇਲੈਕਸ਼ਨ, ਇਹਨਾਂ ਸਭ ਨੇ ਸਾਬਤ ਕਰ ਦਿੱਤਾ ਹੈ ਕਿ ਵਾਪਰ ਕੀ ਰਿਹਾ। ਕਮੇਟੀਆਂ ਬਣਾਈਆਂ, ਉਹ ਕਮੇਟੀ ਇਹੀ ਸਿਫਾਰਿਸ਼ ਕਰਦੀਆਂ ਕਿ ਭਾਈ ਕੰਨ ਤੇ ਲਿਖਿਆ ਪੜ੍ਹ ਲਓ ਇੱਕ ਵਾਰ। ਜਦੋਂ ਤੱਕ ਤੁਸੀਂ ਗੱਲ ਕੀਤੀ ਕਿ ਸਿੱਖਾਂ ਦੀ ਘੱਟ ਗਿਣਤੀ ਇਹਨਾਂ ਨੇ ਮਹਿਸੂਸ ਕੀਤਾ, ਅੱਜ ਲੋਕ ਵੀ ਮਹਿਸੂਸ ਕਰਦੇ ਨੇ ਕਿ ਸਿੱਖ ਘੱਟ ਗਿਣਤੀ 'ਚ ਜਾ ਰਹੇ ਨੇ, ਨੌਜਵਾਨ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਨੇ, ਇੱਥੇ ਕੋਈ ਰਹਿਣ ਨੂੰ ਤਿਆਰ ਨਹੀਂ। ਉਹੀ ਗੱਲ ਫੇਰ ਆ ਜਾਂਦੀ ਹੈ ਕਿ ਸਿੱਖ ਕਿਸ ਢੰਗ ਨਾਲ ਨਿਕਲੇ ਜਾ ਰਹੇ ਨੇ, ਜਾਂ ਸਿੱਖਾਂ ਦੀ ਇਹ ਵੀ ਪ੍ਰਵਾਸ ਦੀ ਇੱਕ ਨਸਲਕੁਸ਼ੀ ਇਹਨੂੰ ਕਹਿ ਸਕਦੇ ਆ, ਜਿਹਦੇ ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਕੀ ਇਹ ਮੰਨਦੇ ਹੋ ਕਿ ਇਹ ਮਤਲਬ ਕਿ ਪੰਜਾਬ ਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸਿਆਸਤ ਜਿਹੜੀ ਆ ਉਹ ਬਿਲਕੁਲ ਖਤਮ ਹੋ ਜਾਏਗੀ? ਕਿਉਂ ਖਤਮ ਹੋ ਜਾਏਗੀ? ਕੌਣ ਕਹਿੰਦਾ ਹੈ? ਕੌਣ ਕਹਿ ਸਕਦਾ ਕਿ ਸਿੱਖ ਸਿਆਸਤ ਖਤਮ ਹੋ ਜਾਏਗੀ? ਕੌਣ ਕਹਿੰਦਾ ਕਿ ਸਿੱਖ ਘੱਟ ਗਿਣਤੀ 'ਚ ਜਾ ਰਹੇ ਨੇ? ਕਿਸੇ ਨੇ ਜਨਗਣਨਾ ਕੀਤੀ ਹੈ? ਕੀ ਦੱਸ ਰਿਹਾ? ਕੌਣ ਦੱਸ ਰਿਹਾ ਤੁਹਾਨੂੰ ਕਿ ਸਿੱਖ ਘੱਟ ਗਿਣਤੀ 'ਚ ਜਾ ਰਹੇ ਨੇ? ਸੁਖਵਿੰਦਰ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ, ਘੱਟ ਗਿਣਤੀਆਂ ਨੂੰ ਡਰਾਉਣ ਦਾ ਸਭ ਤੋਂ ਵੱਡਾ ਹਥਿਆਰ ਇਹੀ ਹੈ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਇਹੀ ਗੱਲਾਂ ਪਾਈ ਜਾਓ ਕਿ ਤੁਸੀਂ ਘੱਟ ਗਿਣਤੀ 'ਚ ਜਾ ਰਹੇ ਹੋ, ਤੁਸੀਂ ਘੱਟ ਗਿਣਤੀ 'ਚ ਜਾ ਰਹੇ ਹੋ। ਮੈਂ ਥੋੜਾ ਜਿਹਾ ਪਿੱਛੋਂ ਗੱਲ ਸ਼ੁਰੂ ਕਰਦਾ ਜੀ। ਘੱਟ ਗਿਣਤੀ 'ਚ ਜਾਣ ਵਾਲੀ ਗੱਲ, ਫਿਰ ਤੁਸੀਂ ਸੋਚ ਲਿਓ ਇਹਦਾ ਮੀਨਿੰਗ ਕੀ ਹੁੰਦਾ ਹੈ। 1849 ਦੇ ਵਿੱਚ ਜਦੋਂ ਖਾਲਸਾ ਰਾਜ ਅੰਗਰੇਜ਼ਾਂ ਨੇ ਖਤਮ ਕਰ ਦਿੱਤਾ, ਗਵਰਨਰ ਜਨਰਲ ਦੇ, ਜਿਹੜਾ ਅੰਗਰੇਜ਼ ਗਵਰਨਰ ਜਨਰਲ ਸੀ, ਪੰਜਾਬ ਦੇ ਜਿਹੜੇ ਅੰਗਰੇਜ਼ ਅਧਿਕਾਰੀ ਸਨ, ਹਰ ਰੋਜ਼ ਬਿਆਨ ਆ ਜਾਂਦਾ ਸੀ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੀ ਗਿਣਤੀ ਤਾਂ ਬੜੀ ਤੇਜ਼ੀ ਨਾਲ ਘਟ ਰਹੀ ਹੈ, ਸਿੱਖਾਂ ਦੀ ਗਿਣਤੀ ਤਾਂ ਬੜੀ ਤੇਜ਼ੀ ਨਾਲ ਘਟ ਰਹੀ ਹੈ। ਫਿਰ ਇੱਕ ਵਾਰ ਇਹ ਵੀ ਬਿਆਨ ਆ ਗਿਆ ਸੀ ਗਵਰਨਰ ਜਨਰਲ ਦਾ, ਵਾਇਸਰਾਏ ਜਿਹਨੂੰ ਆਪਾਂ ਪਿੱਛੋਂ ਕਹਿਣ ਲੱਗ ਪਏ ਸੀ ਕਿ ਜੀ ਮੈਨੂੰ ਨਹੀਂ ਲੱਗਦਾ ਕਿ ਆਉਂਦੇ 50 ਸਾਲਾਂ ਦੇ, ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 50 ਸਾਲਾਂ ਦੇ ਵਿੱਚ ਸਿੱਖ ਖਤਮ ਹੋ ਜਾਣਗੇ। ਇਹ ਉਹਦਾ ਬਿਆਨ ਹੈ, ਹਿਸਟਰੀ ਦੇ ਵਿੱਚ ਲਿਖਿਆ ਹੋਇਆ, ਹਿਸਟੋਰੀਕਲ ਫੈਕਟ ਬਣ ਗਿਆ ਉਹਦਾ ਬਿਆਨ। ਇਹ ਜਿੰਨੀਆਂ ਸਿੱਖ ਹਿਸਟਰੀਆਂ ਲਿਖੀਆਂ ਗਈਆਂ ਨੇ ਨਾ, ਤੁਸੀਂ ਉਹਨਾਂ 'ਚ ਦੇਖਿਓ ਪੜ੍ਹ ਕੇ, ਗਵਰਨਰ ਜਨਰਲ ਇਹ ਕਹਿ ਰਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 50 ਸਾਲਾਂ 'ਚ ਸਿੱਖ ਬਿਲਕੁਲ ਖਤਮ ਹੋ ਜਾਣਗੇ ਔਰ ਤਸਵੀਰਾਂ ਦੇ ਵਿੱਚ ਹੀ ਦੇਖਣ ਯੋਗ ਰਹਿ ਜਾਣਗੇ ਮਿਊਜ਼ੀਅਮਾਂ ਦੇ ਵਿੱਚ। ਇਹ ਉਹਦਾ ਬਿਆਨ ਹੈ। ਤੁਸੀਂ ਅੱਛਾ, ਇੱਕ ਮੈਂ ਹੋਰ ਗੱਲ ਤੁਹਾਡੇ ਸਾਹਮਣੇ ਰੱਖਦਾ ਹਾਂ ਜੀ। ਜਦੋਂ ਇਹ ਇੱਕ ਪਾਸੇ ਵਾਲਾ ਹਥਿਆਰ ਸੀ ਸਿੱਖਾਂ ਨੂੰ ਘੱਟ ਗਿਣਤੀ 'ਚ ਮਹਿਸੂਸ ਕਰਾਉਣ ਦਾ, ਦੂਜੇ ਪਾਸੇ ਗਵਰਨਰ ਜਨਰਲ ਨੇ ਇਸੇ ਹਥਿਆਰ ਨਾਲ ਮੁਸਲਮਾਨਾਂ ਵਰਗੀ ਕੌਮ ਨੂੰ ਆਪਣਾ ਦੋਸਤ ਬਣਾਉਣਾ ਚਾਹਿਆ ਜਦੋਂ ਉਹਨੇ ਪੰਜਾਬ ਤੇ ਕਬਜ਼ਾ ਕੀਤਾ ਸੀ। ਕਿਵੇਂ ਦੋਸਤ ਬਣਾਉਣਾ ਚਾਹਿਆ? ਉਹਦੇ ਬਿਆਨ ਆਉਣੇ ਸ਼ੁਰੂ ਹੋ ਗਏ ਗਵਰਨਰ ਜਨਰਲ ਦੇ, ਅੰਗਰੇਜ਼ ਅਧਿਕਾਰੀਆਂ ਦੇ। ਇੱਕ ਪਾਲਿਸੀ ਹੁੰਦੀ ਹੈ, ਗਵਰਨਮੈਂਟ ਜਿਹੀ ਜੀ ਪਾਲਿਸੀ ਬਣਾ ਲੈਂਦੀ ਹੈ ਨਾ, ਹਰ ਪਾਸੇ ਉਹੀ ਪਾਲਿਸੀ ਚੱਲਦੀ ਹੈ। ਕੀ ਬਿਆਨ ਆਉਣ ਲੱਗ ਪਏ? ਉਹ ਮੁਸਲਮਾਨੋ, ਤੁਸੀਂ ਪੰਜਾਬ ਦੇ ਵਿੱਚ ਬਹੁ ਗਿਣਤੀ ਦਾ ਫਿਰਕਾ ਹੋ, ਤੁਹਾਨੂੰ ਹੁਣ ਤੱਕ ਸਿੱਖਾਂ ਨੇ ਤੇ ਹਿੰਦੂਆਂ ਨੇ ਆਪਣੇ ਅਧੀਨ ਰੱਖਿਆ, ਅੱਜ ਤੁਹਾਨੂੰ ਅਸੀਂ ਖਾਲਸਾ ਰਾਜ ਨੂੰ ਖਤਮ ਕਰਕੇ ਤੁਹਾਨੂੰ ਅਸੀਂ ਪੰਜਾਬ ਦੇ ਵਿੱਚ ਆਜ਼ਾਦ ਕਰ ਦਿੱਤਾ, ਹੁਣ ਤੁਸੀਂ ਆਜ਼ਾਦ ਹੋ, ਆਜ਼ਾਦੀ ਮਾਣੋ ਹੁਣ ਤੁਸੀਂ। ਹਰ ਪਾਸੇ ਇਹ ਗੱਲਾਂ ਚੱਲਣ ਲੱਗ ਪਈਆਂ। ਇਹਦਾ ਮਤਲਬ ਘੱਟ ਗਿਣਤੀ ਤੇ ਬਹੁ ਗਿਣਤੀ ਦੇ ਹਥਿਆਰ ਨਾਲ ਇੱਕ ਪਾਸੇ ਉਹ ਸਿੱਖਾਂ ਦੇ ਵਿੱਚ ਢਹਿੰਦੀਆਂ ਕਲਾਂ ਲਿਆ ਰਹੇ ਸਨ, ਘੱਟ ਗਿਣਤੀ ਕਹਿ ਕੇ ਵੀ ਘਟ ਰਹੇ ਨੇ, ਦੂਜੇ ਪਾਸੇ ਬਹੁ ਗਿਣਤੀ ਕਹਿ ਕੇ ਮੁਸਲਮਾਨਾਂ ਨੂੰ ਵਡਿਆ ਰਹੇ ਸਨ ਤੇ ਉਹਨਾਂ ਨੂੰ ਅਪਰ ਹੈਂਡ ਦੇ ਰਹੇ ਸਨ, ਔਰ ਅਪਰ ਹੈਂਡ ਹੋ ਵੀ ਗਏ। ਕੋਈ ਜਨਗਣਨਾ ਨਹੀਂ ਹੋਈ ਸੀ ਪੰਜਾਬ ਦੇ ਵਿੱਚ। ਇਹ ਗੱਲ ਐਸਟੈਬਲਿਸ਼ ਕਰਤੀ ਅੰਗਰੇਜ਼ਾਂ ਨੇ, ਪੰਜਾਬ ਦੇ ਵਿੱਚ ਬਹੁ ਗਿਣਤੀ ਦਾ ਫਿਰਕਾ ਮੁਸਲਮਾਨ ਨੇ, ਹਾਲਾਂਕਿ ਉਹ ਬਹੁ ਗਿਣਤੀ ਵਿੱਚ ਹੈ ਨਹੀਂ ਸਨ। ਉਹੀ ਗੱਲ ਅੱਜ ਹੋ ਰਹੀ ਹੈ। ਸਿੱਖਾਂ ਦੇ ਕੰਨਾਂ ਵਿੱਚ ਸਾਰੇ ਪਾਸਿਓਂ ਇਹ ਆਵਾਜ਼ਾਂ ਪਾਈਆਂ ਜਾ ਰਹੀਆਂ ਨੇ ਕਿ ਸਿੱਖ ਘੱਟ ਗਿਣਤੀ 'ਚ ਜਾ ਰਹੇ ਨੇ। ਕੋਈ ਫੈਕਟ ਨਹੀਂ ਦੇ ਰਹੇ ਇਹਦਾ। ਸਭ ਤੋਂ ਵੱਡਾ ਫੈਕਟ ਇਹ, ਪਹਿਲਾਂ ਤਾਂ ਇਹ ਦੇ ਰਹੇ ਸੀ ਜੀ ਇਹ ਕੁੜੀਆਂ ਮਤਲਬ ਪੇਟ ਦੇ ਵਿੱਚ ਹੀ ਮਾਰ ਦਿੰਦੇ ਨੇ, ਇਕੱਲੇ ਸਿੱਖ ਮਾਰਦੇ ਸੀ, ਸਾਰਾ ਹਿੰਦੁਸਤਾਨ ਦਾ ਜਗਤ ਮਾਰਦਾ ਸੀ। ਜੇ ਸਾਰਾ ਹਿੰਦੁਸਤਾਨ ਦਾ ਜਗਤ ਕੁੜੀਆਂ ਨੂੰ ਪੇਟ 'ਚ ਮਾਰਨ ਲੱਗ ਪਿਆ ਤਾਂ ਇੰਡੀਅਨ ਗਵਰਨਮੈਂਟ ਨੇ ਇਹ ਲਾਅ ਬਣਾਇਆ ਸੀ ਕਿ ਜਿਹੜਾ ਗਰਭਪਾਤ ਕਰਨਾ ਹੈ ਜਾਂ ਮਤਲਬ ਇਹ ਕਿਸ ਤਰ੍ਹਾਂ ਕਿਸੇ ਤਰੀਕੇ ਨਾਲ ਵੀ ਇਹ ਖਰਾਬ ਕਰਨਾ ਹੈ ਤੇ ਇਹ ਕਾਨੂੰਨ ਦੇ ਖਿਲਾਫ ਹੈ।
ਸਾਰੇ ਹਿੰਦੁਸਤਾਨ 'ਚ ਹੀ ਫੈਲਿਆ ਹੋਇਆ ਸੀ, ਲੇਕਿਨ ਸੁਣਾਇਆ ਇਹ ਪੰਜਾਬ 'ਚ ਜਾ ਰਿਹਾ ਸੀ। ਨਸਬੰਦੀ ਦੀਆਂ ਜਿਹੜੀਆਂ ਗੱਲਾਂ ਸੀਆਂ ਕਿ ਨਸਬੰਦੀ ਸਭ ਤੋਂ ਵੱਧ ਪੰਜਾਬ 'ਚ ਹੋ ਰਹੀ ਹੈ, ਸਿੱਖ ਸਭ ਤੋਂ ਵੱਧ ਇਹਨੂੰ ਅਪਣਾ ਰਹੇ ਨੇ। ਸਿੱਖਾਂ ਦੇ ਘਰ ਇੱਕ ਬੇਟਾ ਇੱਕ ਬੇਟੀ ਹੈ, ਵੱਧ ਤੋਂ ਵੱਧ ਦੋ ਤਿੰਨ ਬੱਚੇ ਹੋ ਜਾਂਦੇ ਨੇ। ਇਹ ਪੰਜਾਬ ਦੇ ਵਿੱਚ ਜਿੰਨੀ ਕਨਸੈਂਟਰੇਸ਼ਨ ਨਸਬੰਦੀ ਤੇ ਕੀਤੀ ਗਈ ਸੀ, ਇੰਡੀਆ ਦੇ ਸਟੇਟ ਵਿੱਚ ਕਿਸੇ ਹੋਰ ਸਟੇਟ ਵਿੱਚ ਨਹੀਂ ਸੀ ਕੀਤੀ ਗਈ। ਇਹ ਗੌਰਮੈਂਟ ਦੀਆਂ ਪਾਲਿਸੀਆਂ ਨੇ, ਗੌਰਮੈਂਟ ਦੀਆਂ ਪਾਲਿਸੀਆਂ ਸਿੱਖਾਂ ਦੇ ਦਿਮਾਗ ਵਿੱਚ ਇਹ ਗੱਲਾਂ ਪਾ ਰਹੀਆਂ ਨੇ ਕਿ ਤੁਸੀਂ ਐਡਵਾਂਸਡ ਕੌਮ ਹੋ, ਤੁਸੀਂ ਬਹੁਤ ਚੰਗਾ ਸੋਚਣ ਵਾਲੀ ਕੌਮ ਹੋ, ਤੁਸੀਂ ਆਪਣੀ ਬਰਥ ਰੇਟ ਤੇ ਤੁਸੀਂ ਕੰਟਰੋਲ ਕਰ ਲਿਆ ਹੈ, ਆਪਰੇਸ਼ਨ ਕਰਾ ਕੇ, ਨਸਬੰਦੀਆਂ ਕਰਾ ਕੇ, ਮਤਲਬ ਸਿੱਖਾਂ ਨੂੰ ਪੁੱਠੇ ਪਾਸੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਵੀ ਇਹ ਗੱਲ ਸਿੱਖਾਂ ਦੇ ਦਿਮਾਗ ਵਿੱਚ ਵਾਰ-ਵਾਰ ਪਾਈ ਜਾ ਰਹੀ ਹੈ ਜੀ। ਸਿੱਖ ਨੌਜਵਾਨ ਤਾਂ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੇ ਨੇ। ਉਹ ਭਲੇ ਮਾਨਸੋ ਬਾਹਰ ਕੌਣ ਜਾਂਦਾ ਹੈ? ਕੋਈ ਮੂਰਖ ਜਾਂਦਾ ਹੁੰਦਾ ਹੈ ਜਾਂ ਬੇਵਕੂਫ ਜਾਂਦਾ ਹੁੰਦਾ ਹੈ? ਸਿਆਣਾ ਬੰਦਾ ਹੀ ਬਾਹਰ ਜਾਊਗਾ। ਕੈਨੇਡਾ ਸਾਡੇ ਨੂੰ 100 ਸਾਲ ਅੱਗੇ ਹੈ, ਇੰਗਲੈਂਡ ਸਾਡੇ ਨੂੰ 100 ਸਾਲ ਅੱਗੇ ਹੈ, ਸਾਰਾ ਯੂਰਪ ਸਾਡੇ ਨੂੰ 100 ਸਾਲ ਅੱਗੇ ਹੈ, ਅਮਰੀਕਾ ਸਾਰੇ ਸੈਂਕੜੇ ਸਾਲ ਅੱਗੇ ਨੇ। ਅੱਜ ਇੰਡੀਆ ਰੇਸ ਲਾਉਣ ਲੱਗ ਪਵੇ ਉਹਨਾਂ ਦੇ ਬਰਾਬਰ ਜਾਣ ਦੀ, 100 ਸਾਲਾਂ ਤੱਕ ਤਾਂ ਉਹਨਾਂ ਦੇ ਬਰਾਬਰ ਨਹੀਂ ਪਹੁੰਚ ਸਕਦਾ, ਕਦੇ ਵੀ ਨਹੀਂ ਪਹੁੰਚ ਸਕਦਾ। ਸਾਡਾ ਨੌਜਵਾਨ ਉੱਥੇ ਜਾ ਕੇ ਆਪਣੀ ਹੋਂਦ ਨੂੰ ਜਿਤਾ ਰਿਹਾ ਹੈ। ਤੁਸੀਂ ਦੇਖੋ ਕਿ ਕੈਨੇਡਾ ਜਾ ਕੇ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ, ਕੈਨੇਡੀਅਨ ਗੌਰਮੈਂਟ ਦੇ ਵਿੱਚ ਸਿੱਖਾਂ ਦੀ ਕਿੰਨੇ ਪੁੱਛ ਪ੍ਰਤੀਤ ਹੁੰਦੀ ਹੈ। ਜਿਹੜੀ ਇੰਗਲੈਂਡ ਦੀ ਹਾਈ ਸੁਸਾਇਟੀ ਹੈ, ਸਿੱਖ ਇੰਗਲੈਂਡ ਦੀ ਹਾਈ ਸੁਸਾਇਟੀ ਦੇ ਵਿੱਚ ਵੀ ਪਾਰਟ ਪਲੇ ਕਰਦੇ ਨੇ। ਅਮਰੀਕਾ ਦੀ ਪੂਰੀ ਇਕਨੋਮੀ ਨੂੰ ਸਿੱਖਾਂ ਨੇ ਆਪਣੇ ਹੱਥ 'ਚ ਕਰਕੇ ਰੱਖਿਆ ਹੋਇਆ ਹੈ। ਕੈਨੇਡਾ ਦੀ ਪੂਰੀ ਰਾਜਨੀਤੀ ਨੂੰ ਸਿੱਖ ਇਫੈਕਟ ਕਰ ਰਹੇ ਨੇ, ਉਹਦੇ ਤੇ ਇੰਪੈਕਟ ਪਾ ਰਹੇ ਨੇ ਸਿੱਖੀ ਦਾ। ਤੁਸੀਂ ਟਰੂਡੋ ਨੂੰ ਦੇਖ ਲਓ, ਕਿੰਨਾ ਉਹ ਸਿੱਖੀ ਵਾਲੇ ਜਾਣਨ ਲੱਗ ਪਿਆ, ਪੰਜਾਬ ਬਾਰੇ ਜਾਣਨ ਲੱਗ ਪਿਆ। ਇਹ ਮਾੜਾ ਇੰਪੈਕਟ ਪੈ ਰਿਹਾ ਉੱਥੇ ਜਾ ਕੇ ਜਾਂ ਚੰਗਾ ਇੰਪੈਕਟ ਪੈ ਰਿਹਾ ਹੈ? ਇਹਨਾਂ ਲੋਕਾਂ ਨੂੰ ਤਾਂ ਪਤਾ ਹੀ, ਇਹ ਲੋਕ ਤਾਂ ਇਹਨਾਂ ਗੱਲਾਂ ਵੱਲ ਦੇਖਦੇ ਨਹੀਂ ਹੈਗੇ। ਆਪ ਰਹੇ ਨੇ ਜੀ, ਸਿੱਖ ਬਾਹਰ ਜਾ ਰਹੇ ਨੇ, ਘਟ ਰਹੇ ਨੇ। ਪ੍ਰੋਫੈਸਰ ਸਾਹਿਬ ਇੱਥੇ ਕਿਹਾ ਜਾਂਦਾ ਨਾ ਕਿ ਜੇ ਉਹ ਉੱਥੇ ਜਾ ਕੇ ਸੈਟਲ ਹੁੰਦੇ ਨੇ, ਇੱਕ ਅੱਧੀ ਪੀੜ੍ਹੀ ਪੰਜਾਬ ਨਾਲ ਜੁੜੀ ਰਹੇਗੀ, ਅਗਲੀਆਂ ਪੀੜ੍ਹੀਆਂ ਜਿਹੜੀਆਂ ਪੰਜਾਬ ਤੋਂ, ਵਿਰਸੇ ਤੋਂ ਦੂਰ ਰਹਿਣਗੀਆਂ, ਕਿਉਂਕਿ ਉਹ ਕਦੇ ਨਹੀਂ ਚਾਹਣਗੇ ਕਿ ਅਸੀਂ ਪੰਜਾਬ ਵਿੱਚ ਆਈਏ। ਆਉਣ ਵਾਲੇ ਸਮੇਂ ਦੀ ਇਹ ਇੱਕ ਹਕੀਕਤ ਦੱਸੀ ਜਾ ਰਹੀ ਹੈ। ਸਾਨੂੰ ਕੀ ਲੋੜ ਹੈ ਵਾਪਸ ਲਿਆਉਣ ਦੀ ਉਹਨਾਂ ਨੂੰ, ਜਦੋਂ ਉੱਥੇ ਜਾ ਕੇ ਉਹ ਚੰਗਾ ਪਾਰਟ ਪਲੇ ਕਰ ਰਹੇ ਨੇ, ਆਪਣੀ ਪੋਜੀਸ਼ਨ ਇੱਥੇ ਨਾਲੋਂ ਚੰਗੀ ਬਣਾ ਰਹੇ ਨੇ। ਅਸੀਂ ਕਿਉਂ ਕਹੀਏ ਕਿ ਵਾਪਸ ਆਓ? ਅਸੀਂ ਵਾਧੂ ਆ ਇੱਥੇ, ਅਸੀਂ ਆਪਣੇ ਆਪ ਹੀ ਵਾਧੂ ਆ। ਕੀ ਕਰ ਲੈਣਗੇ? ਕੋਈ ਸਿੱਕੇ, ਸਾਡੀ ਕੋਈ ਗਿਣਤੀ ਨਹੀਂ ਘਟ ਰਹੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜਿਹੜਾ ਆਬਾਦੀਆਂ ਦਾ ਹਥਿਆਰ ਹੁੰਦਾ ਹੈ ਨਾ, ਜਨਗਣਨਾ ਦਾ, ਅੰਕੜਿਆਂ ਦਾ, ਜਿਹੜੇ ਅੰਕੜੇ ਹੁੰਦੇ ਨੇ, ਅੰਕੜੇ, ਇਹ ਸਰਕਾਰਾਂ ਪਾਸ ਇੱਕ ਹਥਿਆਰ ਦੇ ਤੌਰ ਤੇ ਕੰਮ ਕਰਦੇ ਨੇ। ਜਿਹੜੇ ਸਰਕਾਰੀ ਅੰਕੜੇ ਹੁੰਦੇ, ਇਹ ਸਾਰੇ ਸਰਕਾਰੀ ਅੰਕੜੇ ਨੇ, ਕਿਸੇ ਨੇ ਪ੍ਰਾਈਵੇਟਲੀ ਕੋਈ ਗਿਣਤੀ ਨਹੀਂ ਕੀਤੀ ਆਬਾਦੀ ਦੀ, ਇਹ ਸਰਕਾਰਾਂ ਨੇ ਕੀਤੀਆਂ ਨੇ। ਸਰਕਾਰ ਜਿਹੜੇ ਫਿਰਕੇ ਨੂੰ ਡੋਬਣਾ ਚਾਹੇ ਉਹੋ ਜਿਹੇ ਅੰਕੜੇ ਜਾਰੀ ਕਰ ਦਿੰਦੀ ਹੈ, ਜਿਹੜੇ ਫਿਰਕੇ ਨੂੰ ਉਹ ਉੱਪਰ ਚੁੱਕਣਾ ਚਾਹੇ ਉਹੋ ਜਿਹੇ ਅੰਕੜੇ ਜਾਰੀ ਕਰ ਸਕਦੀ ਹੈ। ਪੰਜਾਬ ਦੇ ਵਿੱਚ ਕਿੰਨਾ ਕਿਹਾ ਗਿਆ ਸੀ ਡੇਰੇ ਦੀਆਂ ਵੋਟਾਂ ਡੋਮੀਨੇਟ ਕਰ ਰਹੀਆਂ ਨੇ, ਡੇਰੇ ਦੀਆਂ ਵੋਟਾਂ ਡੋਮੀਨੇਟ ਕਰ ਰਹੀਆਂ ਨੇ। ਆਹ ਤੁਸੀਂ ਦੇਖ ਰਹੇ ਹਾਲ ਡੇਰੇ ਦੀਆਂ ਵੋਟਾਂ ਦਾ। ਹੁਣ ਆ 2022 ਦੀਆਂ ਵਿਧਾਨ ਸਭਾ ਦੇ ਵਿੱਚ ਡੇਰੇ ਦੇ ਆਪਣੇ ਰਿਲੇਟਿਵ ਮਿੱਟੀ 'ਚ ਮਿਲ ਗਏ, ਜਿਹੜੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਤੇ, ਜਿਨ੍ਹਾਂ ਪਾਰਟੀਆਂ ਨੂੰ ਉਹਨਾਂ ਨੇ ਮਦਦ ਕਰਨ ਦੀ ਗੱਲ ਕੀਤੀ ਸੀ, ਉਹ ਪਾਰਟੀਆਂ ਵੀ ਹਾਰ ਗਈਆਂ। ਕਿੱਥੇ ਗਈਆਂ ਵੋਟਾਂ ਉਹਨਾਂ ਦੀਆਂ? ਇੱਥੇ ਅਜੇ ਵੀ ਸਿੱਖਾਂ ਦੀ ਅਜੇ ਵੀ ਕੀ, ਇੱਥੇ ਸਿੱਖਾਂ ਦੀ ਮੈਜੋਰਿਟੀ ਹੀ ਰਹਿਣੀ ਹੈ। ਜਦੋਂ ਪੰਜਾਬੀ ਸੂਬਾ ਬਣਿਆ ਸੀ 1966 ਦੇ ਵਿੱਚ, ਮੈਂ ਤੁਹਾਨੂੰ ਦੱਸ ਦਿਆਂ, ਇਹਨਾਂ ਗੱਲਾਂ ਬਾਰੇ ਅਸੀਂ ਸੋਚਦੇ ਹੀ ਨਹੀਂ ਹਾਂ। ਅਸੀਂ ਸੁਣੀਆਂ ਸੁਣਾਈਆਂ ਗੱਲਾਂ ਸੁਣਦੇ ਹਾਂ ਤੇ ਉਹਨਾਂ ਤੇ ਯਕੀਨ ਕਰ ਲੈਂਦੇ ਹਾਂ। 1966 ਦੇ ਵਿੱਚ ਪੰਜਾਬ ਦੀ ਆਬਾਦੀ 70% ਤੋਂ ਵੀ ਉੱਤੇ ਸਿੱਖਾਂ ਦੀ ਸੀ। 70%। ਇਹ ਲੋਕ 60-40 ਦਾ ਕਹੀ ਜਾਂਦੇ ਨੇ, ਕਦੇ 57-43 ਦਾ 57-43 ਦਾ ਕਹਿ ਦਿੰਦੇ ਨੇ। ਇਹ ਸਰਕਾਰੀ ਅੰਕੜੇ ਨੇ। ਤੁਸੀਂ ਜਿਸ ਤਰੀਕੇ ਨਾਲ ਸਿੱਖ ਕੈਂਡੀਡੇਟ ਇੱਥੇ ਜਿੱਤਦੇ ਨੇ, ਜਿਸ ਤਰੀਕੇ ਨਾਲ ਜੱਟ ਕੈਂਡੀਡੇਟ ਇੱਥੇ ਜਿੱਤਦੇ ਨੇ, ਇਹ ਦੋਨੇ ਫੈਕਟਰ ਡੋਮੀਨੇਟ ਕਰ ਰਹੇ ਨੇ ਅੱਜ ਪੰਜਾਬ ਦੀ ਰਾਜਨੀਤੀ ਨੂੰ, ਸਿੱਖ ਅਤੇ ਜੱਟ। ਮੈਂ ਤੁਹਾਨੂੰ ਦੱਸ ਦਿਆਂ, ਹਰ ਥਾਂ ਤੇ
ਆ ਜਦੋਂ 2022 ਦੀਆਂ ਚੋਣਾਂ ਆਈਆਂ ਸੀ, ਦਲਤ ਕਾਰਡ ਵਰਤ ਕੇ ਇਹਨਾਂ ਨੇ ਐਂ ਢੇਰੀ ਲਿਆ ਦਿੱਤੀ ਸੀ ਕਿ ਜੀ ਹੁਣ ਤਾਂ ਦਲਤਾਂ ਦਾ ਹੀ ਰਾਜ ਆਊਗਾ, ਚੰਨੀ ਨੂੰ ਬਣਾ ਕੇ ਮੁੱਖ ਮੰਤਰੀ ਪੰਜਾਬ ਦਾ, ਨਾਲੇ ਆਪਦਾ ਬੇੜਾ ਗਰਕ ਕਰ ਲਿਆ ਕਾਂਗਰਸ ਨੇ, ਨਾਲੇ ਦੂਜਿਆਂ ਦਾ ਬੇੜਾ ਗਰਕ ਕਰਵਾ ਦਿੱਤਾ। ਸੋ ਇਹਨਾਂ ਗੱਲਾਂ ਤੋਂ ਹੁਸ਼ਿਆਰ ਰਹੋ। ਇਹ ਜਿਹੜੇ ਅੰਕੜੇ ਨੇ ਨਾ, ਇਹ ਘੱਟ ਗਿਣਤੀਆਂ ਨੂੰ ਮਾਰਨ ਵਾਸਤੇ ਨੇ, ਕੋਈ ਦਲਤ ਨਹੀਂ, ਦਲਤ ਸਾਡਾ ਹੀ ਭਾਈ ਹੈ। ਇਹ ਤਾਂ ਸਾਡੇ ਸਭ ਦੇ ਸਾਹਮਣੇ ਹੈ ਨਾ, ਅੱਖਾਂ ਦੇਖ ਕੇ ਹਰ ਸਾਲ ਲੱਖਾਂ ਨੌਜਵਾਨ ਜਿਹੜਾ ਆ ਉਹ ਬਾਹਰਲੇ ਮੁਲਕਾਂ 'ਚ ਜਾ ਕੇ ਸੈਟਲ ਹੁੰਦਾ, ਸਾਲ 2 ਸਾਲ ਬਾਅਦ ਉਹਨਾਂ ਦੇ ਮਾਪੇ ਉੱਥੇ ਪਹੁੰਚ ਜਾਂਦੇ ਨੇ, ਫਿਰ ਪਰਿਵਾਰ ਉੱਥੇ ਪਹੁੰਚ ਜਾਂਦਾ, ਫਿਰ ਉਸ ਪਲਾਇਨ ਦਾ ਕੀ ਹੈ, ਉਹਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਏ? ਤੁਸੀਂ ਸੁਖਵਿੰਦਰ ਜੀ ਇਹਨੂੰ ਮਾੜਾ ਸਮਝਦੇ ਹੋ? ਮੇਰੀ ਬੇਟੀ ਗਈ ਹੋਈ ਆ ਬਾਹਰ, ਮੇਰੇ ਭਾਣਜੇ ਗਏ ਹੋਏ ਨੇ, ਮੇਰੇ ਰਿਸ਼ਤੇਦਾਰ ਗਏ ਹੋਏ ਨੇ, ਮੈਂ ਵੀ ਜਾਣਾ। ਅਸੀਂ ਜਾਂਦੇ ਆ ਜਦੋਂ ਸਾਡਾ ਜੀ ਕਰਦਾ। ਜੇ ਸਾਡਾ ਜੀ ਕਰਿਆ ਉੱਥੇ ਪਰਮਾਨੈਂਟ ਜਾਣ ਨੂੰ, ਅਸੀਂ ਪਰਮਾਨੈਂਟ ਵੀ ਜਾ ਕੇ ਰਹਿ ਪਾਂਗੇ। ਇਹ 'ਚ ਕਿਹੜੀ ਮਾੜੀ ਗੱਲ ਹੈ? ਅਸੀਂ ਇੰਡੀਆ ਨਾਲੋਂ ਵਧੀਆ ਮੁਲਕ 'ਚ ਜਾਵਾਂਗੇ। ਸਾਡੇ ਬੱਚੇ ਇੰਡੀਆ ਨਾਲੋਂ ਵਧੀਆ ਮੁਲਕ 'ਚ ਗਏ ਹੋਏ ਨੇ। ਸਾਡੇ ਬੱਚਿਆਂ ਦੀ ਇੱਥੇ ਨਾਲੋਂ ਉਹਨਾਂ ਮੁਲਕਾਂ 'ਚ ਜਾ ਕੇ ਜ਼ਿਆਦਾ ਇੱਜ਼ਤ ਹੋ ਰਹੀ ਹੈ, ਸਾਡੇ ਬੱਚਿਆਂ ਨੂੰ ਜ਼ਿਆਦਾ ਪੈਸੇ ਮਿਲ ਰਹੇ ਨੇ ਇੰਡੀਆ ਨਾਲੋਂ। ਜਦੋਂ ਉਹ ਵਾਪਸ ਆਉਂਦੇ ਨੇ ਸਾਡੇ ਕੋਲੇ, ਉਹ ਸਿੱਧੇ ਹੋਏ ਆਉਂਦੇ ਨੇ, ਐਨ ਮਤਲਬ ਪੂਰੇ ਡਿਸਿਪਲਿਨਡ ਹੋਏ ਆਉਂਦੇ ਨੇ, ਪੂਰੇ ਮਤਲਬ ਜੀ ਕਰਦੇ, ਉਹਨਾਂ ਦੀਆਂ ਜੇਬਾਂ ਭਰੀਆਂ ਹੁੰਦੀਆਂ ਨੇ ਡਾਲਰਾਂ ਨਾਲ। ਇੱਥੇ ਸਾਡੇ ਬੱਚੇ ਜਿਹੜੇ ਫਿਰਦੇ ਨੇ, ਇੱਕ ਤਾਂ ਉਹ ਡਿਸਿਪਲਿਨ ਨਹੀਂ ਹੁੰਦੇ, ਇੱਕ ਉਹ ਨਸ਼ਿਆਂ ਨਾਲ ਲੱਗਦੇ ਨੇ। ਮੈਂ ਤਾਂ ਕਹਿਣਾ ਜਹੀ ਜੀ ਇਹ ਧਰਤੀ ਹੈ ਇੰਡੀਆ, ਇੱਥੇ ਚੰਗੇ ਬੰਦੇ ਨੂੰ ਰਹਿਣਾ ਹੀ ਨਹੀਂ ਚਾਹੀਦਾ। ਅਸੀਂ ਸ਼ੁਕਰ ਮਨਾਉਂਦੇ ਹਾਂ। ਜਾਂ ਤਾਂ ਤੁਹਾਨੂੰ ਕਿਸੇ ਪੇਰੈਂਟਸ ਨੇ ਆ ਕੇ ਕਿਹਾ ਭਾਈ ਸਾਡੇ ਬੱਚਿਆਂ ਨੂੰ ਵਾਪਸ ਲੈ ਆਓ? ਕਦੇ ਕਿਸੇ ਨੇ ਕਿਹਾ? ਦੱਸੋ ਤੁਸੀਂ ਮੈਨੂੰ, ਇਹ ਦੱਸਣ। ਆ ਜਿਹੜੇ ਕਹਿੰਦੇ ਨਾ ਸਿੱਖਾਂ ਦੀ ਘੱਟ ਗਿਣਤੀ ਹੋ ਰਹੀ ਆ ਬਾਹਰ ਜਾ, ਇਹਨਾਂ ਨੂੰ ਕਿਸੇ ਨੇ ਆ ਕੇ ਕਿਹਾ ਸਾਡੇ ਬੱਚਿਆਂ ਨੂੰ ਮੋੜ ਕੇ ਲਿਆਓ? ਜਿਹੜੇ ਬੱਚੇ ਇੱਥੋਂ ਥਰੂ ਪ੍ਰੋਪਰ ਚੈਨਲ ਗਏ ਨੇ, ਆਰਾਮ ਨਾਲ ਗਏ ਨੇ, ਉਹ ਉੱਥੇ ਆਰਾਮ ਨਾਲ ਸੈਟਲ ਹੋ ਰਹੇ ਨੇ ਪੂਰੇ ਵਧੀਆ ਤਰੀਕੇ ਨਾਲ। ਸਾਡੇ ਬੱਚੇ ਪੂਰੇ ਜੋ ਕਾਨੂੰਨੀ ਤਰੀਕਾ ਹੈ ਉਹਦੇ ਨਾਲ ਗਏ ਹੋਏ। ਮੇਰੀ ਬੇਟੀ ਗਈ ਹੋਈ ਹੈ, ਉਹ ਵੈਲ ਸੈਟਲਡ ਹੈ। ਉਹ ਸਾਨੂੰ ਵੀ ਆਫਰ ਕਰਦੀ ਰਹਿੰਦੀ ਆ, ਪਾਪਾ ਤੁਹਾਨੂੰ ਕਾਹਦੀ ਲੋੜ ਹੈ, ਦੱਸੋ ਕਾਹਦੀ ਲੋੜ ਹੈ, ਮੈਂ ਉਹੀ ਕੁਝ ਭੇਜਦੀ ਹਾਂ। ਮੈਂ ਉਹਨੂੰ ਇੱਥੇ ਮਰੂਤੀ 800 ਵੀ ਨਹੀਂ ਲੈ ਕੇ ਦੇ ਸਕਿਆ। ਉਹ ਗਈ ਸੀ 1999 2000 ਚ। ਮੈਂ ਉਦੋਂ ਮਰੂਤੀ 800 ਵੀ ਨਹੀਂ ਉਹਨੂੰ ਲੈ ਕੇ ਦੇ ਸਕਿਆ। ਮਰੂਤੀ 800 ਤੇ ਵੀ ਨਹੀਂ ਮੈਂ ਉਹਨੂੰ ਬੈਠਣ ਦਿੰਦਾ ਸੀ। ਉੱਥੇ ਜਾ ਕੇ ਉਹਨੇ ਜਿਹੜੀਆਂ ਵਰਲਡ ਦੀਆਂ ਟੌਪ ਤੋਂ ਟੌਪ ਕਾਰਾਂ ਨੇ, ਉਹ ਕਾਰਾਂ ਵੀ ਲੈ ਲਈਆਂ ਉਹਨੇ। ਹਰ 2 ਸਾਲਾਂ ਬਾਅਦ ਆਪਣੀ ਕਾਰ ਬਦਲਾ ਦਿੰਦੀ ਹੈ, ਔਰ ਮੈਨੂੰ ਫੋਨ ਕਰਕੇ ਦੱਸਦੀ ਹੈ ਪਾਪਾ ਮੈਂ ਹੁਣ ਫਲਾਣੀ ਕਾਰ ਲਈ ਹੈ। ਹੁਣ ਉਹਨੇ ਇੰਨਾ ਵਧੀਆ ਇੱਕ ਮਹਿਲ ਵਰਗਾ ਘਰ ਲਿਆ, ਔਰ ਮੈਨੂੰ ਵੀਡੀਓ ਪਾ ਕੇ ਦਿਖਾਉਂਦੀ ਹੁੰਦੀ ਆ, ਪਾਪਾ ਮੇਰਾ ਘਰ ਦੇਖ ਲਓ ਆ ਕੇ। ਸਾਡੇ ਬੱਚੇ ਜਿਹੜਾ ਭੁੱਖੇ ਮਰਦੇ ਹੁਣ ਉੱਥੇ, ਫਿਰ ਤਾਂ ਗੱਲ ਮੰਨੀ। ਸਾਡੇ ਬੱਚੇ ਸਾਨੂੰ ਕਹਿੰਦੇ ਹੁਣ ਸਾਨੂੰ ਵਾਪਸ ਲਾ ਲਓ, ਫਿਰ ਵੀ ਗੱਲ ਮੰਨੀ। ਜਾਂ ਪੇਰੈਂਟਸ ਕਹਿੰਦੇ ਹੋਣ ਕਿ ਸਾਡੇ ਬੱਚਿਆਂ ਨੂੰ ਵਾਪਸ ਭੇਜ ਦਿਓ ਭਾਈ, ਫਿਰ ਵੀ ਗੱਲ ਮੰਨੀ। ਉਹ ਪੇਰੈਂਟਸ ਵੀ ਖੁਸ਼ ਨੇ, ਅਸੀਂ ਵੀ ਖੁਸ਼ ਆ, ਸਾਡੇ ਬੱਚੇ ਖੁਸ਼ ਨੇ। ਅਸੀਂ ਭੇਜਣਾ ਚਾਹੁੰਦੇ ਹਾਂ ਹੋਰ। ਮੈਂ ਮੇਰੇ ਬੇਟੇ ਨੂੰ ਜ਼ੋਰ ਲਾ ਰਿਹਾ। ਇੱਕ ਮਿੰਟ। ਮੇਰੇ ਪਿੰਡ ਦੇ ਵਿੱਚ ਲੋਕ ਪਤਾ ਕਰਦੇ ਫਿਰਦੇ ਨੇ ਕਿ ਬੱਚਿਆਂ ਨੂੰ ਕਿਵੇਂ ਭੇਜਿਆ ਜਾ ਸਕਦਾ ਹੈ। ਦੌੜ ਲੱਗੀ ਹੋਈ ਹੈ। ਇਹ ਗੱਲ ਭੁੱਲ ਜਾਓ ਕਿ ਸਿੱਖਾਂ ਦੀ ਮਿਨੋਰਟੀ ਹੋ ਜਾਏਗੀ, ਨਹੀਂ ਹੋਏਗੀ। ਇਹ ਕਰਕੇ ਦਿਖਾਉਣ, ਇੱਥੇ ਕਰ ਲੈਣ। ਇਹਨਾਂ ਨੂੰ ਤਾਂ ਫਿਰ ਚੰਗੀ ਗੱਲ ਹੈ, ਇਹਨਾਂ ਵਾਸਤੇ, ਇਹਨਾਂ ਲੋਕਾਂ ਵਾਸਤੇ ਸਾਡੀ ਮਿਨੋਰਟੀ ਹੋ ਜਾਏਗੀ, ਜਿੱਤ ਜਾਣਗੇ। ਉਹ ਸਾਡੀ ਅਕਾਲੀ ਲੀਡਰਸ਼ਿਪ ਹੀ ਰੱਬ ਦਾ ਸ਼ਰਾਪ ਦੀ ਮਾਰੀ ਹੋਈ ਹੈ। ਸਾਡੇ ਅਕਾਲੀ ਲੀਡਰ ਹੀ ਰੱਬ ਦੇ ਮਾਰੇ ਹੋਏ ਨੇ, ਜਿਹੜੇ ਆਪਣੀ ਪੋਲਿਟਿਕਸ ਨੂੰ ਸੰਭਾਲ ਨਹੀਂ ਸਕੇ। ਇਹ ਵੋਟਾਂ ਦੀ ਘੱਟ ਗਿਣਤੀ ਕਰਕੇ ਨਹੀਂ, ਇਹ ਆਬਾਦੀ ਘਟਣ ਕਰਕੇ ਨਹੀਂ ਹੈਗਾ, ਇਹ ਅਕਾਲੀ ਦਲ ਦੀਆਂ ਨਲਾਇਕੀਆਂ ਨੇ। ਉਹਦੇ ਕਰਕੇ ਸਿੱਖ ਮਾਰ ਖਾ ਰਹੇ ਨੇ, ਇਹਨਾਂ ਬੱਚਿਆਂ ਕਰਕੇ ਮਾਰ ਨਹੀਂ ਖਾ ਰਹੇ ਜਿਹੜੇ ਬਾਹਰ ਜਾ ਰਹੇ ਨੇ। ਜੀ ਮੈਂ ਸਵਾਲ ਤੇ ਜੇ ਆਵਾਂ, ਆਪਾਂ ਉਸੇ ਪੰਥਕ ਸਿਆਸਤ ਤੇ ਮੁੜ ਕੇ ਆਈਏ ਕਿ ਫਿਰ ਉਹੀ ਗੱਲ ਕਿ ਤਬਦੀਲੀ ਕਰ ਦਿਓ ਲੀਡਰਸ਼ਿਪ 'ਚ। ਲੋਕ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਇੱਕ ਵੱਡਾ ਇੰਜਣ ਹੈ, ਉਹਦੇ ਪਿੱਛੇ ਸਾਰੇ ਡੱਬੇ ਚੱਲਦੇ ਨੇ, ਤੇ ਜੇ ਅੱਗੋਂ ਇੰਜਣ ਹਟਾਤਾ ਤੇ ਕੀ ਬਣੇਗਾ? ਅਕਾਲੀ ਦਲ 'ਚ ਕੋਈ ਚਿਹਰਾ ਮੋਰਾ ਨਹੀਂ। ਇਹ ਸਵਾਲ ਅਕਸਰ ਖੜਾ ਹੁੰਦਾ। ਮੇਰੇ ਖਿਆਲ 'ਚ ਆਪਾਂ ਪਹਿਲਾਂ ਵੀ ਇਹ ਤੇ ਗੱਲ ਕਰ ਚੁੱਕੇ ਆ, ਪਰ ਅੱਜ ਦੀ ਸਥਿਤੀ ਕੀ ਕਹਿੰਦੀ ਹੈ? ਜਦੋਂ ਚੋਣਾਂ ਸਿਰ ਦੇ ਉੱਤੇ ਨੇ, ਉਪ ਚੋਣ ਹੈ, ਹੋਰ ਚੋਣਾਂ ਵੀ ਅੱਗੇ ਆ ਜਾਣੀਆਂ, ਨਗਰ ਨਿਗਮ ਦੀਆਂ ਚੋਣਾਂ ਆ ਜਾਣੀਆਂ, ਇਹ ਤਾਂ ਮੁੱਕਣੀਆਂ ਹੀ ਨਹੀਂ। 2024 ਦੀ ਚੋਣ ਵੀ ਆ ਜਾਣੀ ਹੈ। ਫਿਰ ਪਹਿਲੀ ਗੱਲ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਵੱਡਾ ਇੰਜਣ ਹੈ, ਉਹ ਖੁਦ ਛੋਟੇ ਇੰਜਣ ਨੇ। ਜਿਹੜੇ ਲੋਕ ਇਹ ਕਹਿੰਦੇ ਨੇ, ਉਹ ਭਲੇ ਮਾਨ ਸਾਹਿਬ, ਜੇ ਵੱਡਾ ਇੰਜਣ ਹੁੰਦਾ ਖਿੱਚ ਕੇ ਨਾ ਲੈ ਜਾਂਦਾ ਅਕਾਲੀ ਦਲ ਨੂੰ। ਇਹ ਤਾਂ ਇਸ ਇੰਜਣ 'ਚ ਤਾਂ ਤਾਕਤ ਹੀ ਨਹੀਂ ਹੈਗੀ। ਥੋੜਾ 2 ਵਾਰ ਬੇੜਾ ਗਰਕ ਕਰਾਤਾ, ਇੱਕ 2017 ਦੀਆਂ ਚੋਣਾਂ 'ਚ, ਇੱਕ 2022 ਦੀਆਂ ਚੋਣਾਂ ਵਿੱਚ। 2024 ਦੀਆਂ ਚੋਣਾਂ 'ਚ ਵੀ ਇਹ ਬੇੜਾ ਗਰਕ ਕਰੂਗਾ ਜੇ ਨਾ ਬਦਲਿਆ। ਦੂਜੀ ਗੱਲ,
ਜਿਹੜੀ ਆਹ ਕੋਰ ਕਮੇਟੀ ਦੀ ਰਿਪੋਰਟ ਆਈ ਹੈ, ਮੈਂ ਕਹਿਣਾ ਅਕਾਲੀ ਦਲ ਦਾ ਜਿਹੜਾ 1947 ਤੋਂ ਪਿੱਛੋਂ ਦਾ ਇਤਿਹਾਸ ਹੈ, 1947 ਤੋਂ ਪਿੱਛੋਂ ਦਾ, ਇਹਦੇ ਵਿੱਚ ਇਹ ਪਹਿਲੀ ਰਿਪੋਰਟ ਹੈ ਜਿਹੜੀ ਕਿਸੇ ਕਮੇਟੀ ਨੇ ਆਪਣੇ ਪ੍ਰਧਾਨ, ਜਿਹੜੀ ਕਿਸੇ ਕਮੇਟੀ ਦੀ ਰਿਪੋਰਟ ਵਿੱਚ ਆਪਣੇ ਪ੍ਰਧਾਨ ਨੂੰ ਇਹ ਕਿਹਾ ਗਿਆ ਹੈ ਕਿ ਉਹਨੂੰ ਸਟੈਪ ਡਾਊਨ ਕਰ ਜਾਣਾ ਚਾਹੀਦਾ। ਇਹ ਪਹਿਲੀ ਰਿਪੋਰਟ। ਭਾਈ ਸੁਖਵਿੰਦਰ, ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਸ ਕੋਰ ਕਮੇਟੀ ਦੇ ਮੈਂਬਰਾਂ ਨੂੰ ਜਿਨ੍ਹਾਂ ਨੇ ਇਹ ਰਿਪੋਰਟ ਬਣਾਈ ਹੈ, ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ। ਇਸ ਕੋਰ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ, ਜਿਨੇ ਇਹ ਰਿਪੋਰਟ ਪੇਸ਼ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਸਟੈਪ ਡਾਊਨ ਕਰ ਜਾਣਾ ਚਾਹੀਦਾ, ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ। ਬਹੁਤ ਅੱਛੀ ਰਿਪੋਰਟ ਹੈ ਇਹ। ਔਰ ਸੁਖਬੀਰ ਸਿੰਘ ਬਾਦਲ ਨੂੰ ਬਿਨਾਂ ਕੁਝ ਸੋਚੇ, ਬਿਨਾਂ ਕਿਸੇ ਨਾਲ ਸਲਾਹ ਕੀਤੇ ਪ੍ਰਧਾਨਗੀ ਤੋਂ ਅਸਤੀਫਾ ਦੇ ਜਾਣਾ ਚਾਹੀਦਾ ਹੈ। ਨੰਬਰ 3, ਕੋਈ ਵੱਡਾ ਇੰਜਨ ਨਹੀਂ ਹੈਗਾ ਇਹ, ਕੋਈ ਇਸ ਇੰਜਨ ਦੇ ਟੁੱਟਣ ਨਾਲ ਅਕਾਲੀ ਦਲ ਖਤਮ ਨਹੀਂ ਹੋ ਰਿਹਾ। ਯਾਦ ਰੱਖੋ, ਅਕਾਲੀ ਦਲ ਦਾ ਨਵਾਂ ਪ੍ਰਧਾਨ ਆਏਗਾ, ਸਿੱਖਾਂ ਨੂੰ ਨਵੀਂ ਆਸ ਵੱਜੇਗੀ। ਸੋ ਵੱਡਾ ਇੰਜਨ ਕਹਿਣ ਦਾ ਇੱਕ ਮਤਲਬ ਇਹ ਵੀ ਹੈ, ਇਹਨਾਂ ਨੂੰ ਦਿਸ ਨਹੀਂ ਰਿਹਾ ਕਿ ਇਹਦੇ ਬਾਅਦ ਫਿਰ ਪ੍ਰਧਾਨ ਕਿਹਨੂੰ ਬਣਾਵਾਂਗੇ। ਉਹ ਕਿਉਂ ਨਹੀਂ ਤੁਹਾਡੇ ਪਾਸ ਬੰਦੇ ਹੈਗੇ ਪ੍ਰਧਾਨ ਬਣਨ ਦੇ? ਬਥੇਰੇ ਬੰਦੇ ਨੇ, ਅਜੇ ਵੀ ਬੰਦੇ ਬੈਠੇ ਨੇ, ਅਕਾਲੀ ਦਲ ਦੇ ਵਿੱਚ ਵੀ ਬੰਦੇ ਬੈਠੇ ਨੇ। ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ, ਜਿਹੜੇ 3 ਬੰਦੇ ਆਏ ਨੇ ਜਿੱਤ ਕੇ 2022 ਦੀਆਂ ਚੋਣਾਂ ਵਿੱਚ, ਉਹ ਭਲੇ ਮਾਨਸੋ ਇਹਨਾਂ ਨੂੰ ਦਿਓ ਨਾ ਤੁਸੀਂ ਅਹੁਦੇਦਾਰਾਂ ਦੇ ਅਹੁਦੇਦਾਰ, ਇਹਨਾਂ ਨੂੰ ਬਣਾਓ। ਥੋੜਾ ਮਨਪ੍ਰੀਤ ਆਲੀ ਹੈ, ਇੰਨੇ ਸੰਕਟ ਦੇ ਵਿੱਚ 117 ਦੇ ਵਿੱਚ ਉਹ ਪਹਿਲਾ ਇੱਕੋ ਪਗੜੀ ਧਾਰੀ ਅਕਾਲੀ ਆ ਜਿਹੜਾ ਜਿੱਤ ਕੇ ਆਇਆ, ਉਹਨੂੰ ਬਣਾਓ ਪ੍ਰਧਾਨ। ਕਿਹੜੀ ਗੱਲੋਂ ਕਮੀ ਹੈ ਉਹਦੇ ਵਿੱਚ? ਘੱਟੋ ਘੱਟ ਉਹਦੀ ਹੌਸਲਾ ਅਫਜ਼ਾਈ ਤਾਂ ਹੋਵੇ, ਉਹ ਵੀ ਇੱਕ ਤਜਰਬਾ, ਉਹਨੂੰ ਵੀ ਤਜਰਬਾ ਹੋ ਜੇ, ਉਹਨੂੰ ਵੀ ਪਤਾ ਲੱਗ ਜੇ ਕਿ ਜਿਹੜਾ ਮੈਂ ਜਿੱਤਿਆ ਇਹਦਾ ਮੈਨੂੰ ਇਵਜ਼ਾਨਾ ਮਿਲ ਰਿਹਾ ਹੈ ਔਰ ਮੈਨੂੰ ਵੀ ਪ੍ਰਧਾਨਗੀ ਦਾ ਮਤਲਬ ਤਜਰਬਾ ਹੋ ਰਿਹਾ ਹੈ। ਇਹਨੂੰ ਬਣਾਓ ਪ੍ਰਧਾਨ। ਕਿਉਂ ਨਹੀਂ ਇਹਨੂੰ ਪ੍ਰਧਾਨ ਬਣਾਉਂਦੇ? ਕਿਉਂ ਨਹੀਂ ਕਾਬਲ ਹੈਗਾ ਇਹ? ਜਿਹੜੇ 3 ਬੰਦੇ ਆਏ ਨੇ, 3 ਨੂੰ ਅਹੁਦੇਦਾਰ ਬਣਾਓ, ਜਿਹੜੇ 3 MLA ਨੇ, ਕਿਉਂਕਿ ਉਹਨਾਂ ਨੇ ਤੁਹਾਡੀ ਇਹੀ ਜੀ ਬੇਪਤੀ ਵਿੱਚ ਵੀ ਤੁਹਾਡੀ ਪੱਤ ਰੱਖੀ ਹੈ ਉਹਨਾਂ ਲੋਕਾਂ ਨੇ। ਬਾਕੀ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਬਲਵਿੰਦਰ ਸਿੰਘ ਭੁੰਦੜ ਸਾਹਿਬ ਬੈਠੇ ਨੇ, ਸੀਨੀਅਰ ਮੋਸਟ ਲੀਡਰ ਨੇ, ਸੁਖਬੀਰ ਨਾਲੋਂ ਫਾਰ ਸੀਨੀਅਰ ਨੇ, ਉਹਦੇ ਬਾਪ ਦੇ ਬਰਾਬਰ ਦੀ ਉਮਰ ਦੇ ਨੇ ਉਹ, ਔਰ ਰਾਜ ਸਭਾ ਦਾ ਵੀ ਤਜਰਬਾ ਹੈ, ਮਿਨਿਸਟਰ ਦਾ ਵੀ ਤਜਰਬਾ ਹੈ, ਪੰਜਾਬ ਦੇ ਵਿੱਚ ਰਹਿਣ ਦਾ, MLA ਦਾ ਵੀ ਤਜਰਬਾ ਹੈ। ਉਹਨਾਂ ਨੂੰ ਕਿਉਂ ਨਹੀਂ ਜੀ ਪ੍ਰਧਾਨਗੀ ਸੰਭਾਲ ਸਕਣਗੇ? ਜੇ ਤੁਸੀਂ ਸੰਭਾਲੋਗੇ ਆਪੇ ਸੰਭਾਲ ਲੈਣਗੇ, ਜੇ ਤੁਸੀਂ ਸੰਭਾਲਣ ਹੀ ਨਹੀਂ ਦਿਓਗੇ ਉਹਨਾਂ ਨੂੰ, ਉਹ ਵਿਚਾਰੇ ਕੀ ਕਰਨਗੇ? ਉਹ ਬਥੇਰੇ ਬੰਦੇ ਬੈਠੇ ਨੇ, ਬਥੇਰੇ ਬੰਦੇ ਬੈਠੇ ਨੇ ਅਕਾਲੀਆਂ ਦੇ ਵਿੱਚ, ਬਹੁਤ ਤਕੜੇ ਬੰਦੇ ਬੈਠੇ ਨੇ, ਲੇਕਿਨ ਲੋੜ ਹੈ ਇਹਨੂੰ ਸਟੈਪ ਡਾਊਨ ਕਰਨ ਦੀ। ਤੇ ਆਪਣੇ ਅਕਾਲੀ ਦਲ ਦੇ ਵਿੱਚੋਂ ਤੁਸੀਂ ਜਿਹੜਾ ਜਨਰਲ ਹਾਊਸ ਹੈ ਅਕਾਲੀ ਦਲ ਦਾ, ਉਹਨੂੰ ਦਿਓ ਖੁੱਲੀ ਛੁੱਟੀ, ਭਾਈ ਤੁਸੀਂ ਜਿਹਨੂੰ ਮਰਜ਼ੀ ਚੁਣ ਲਓ। ਪਰ ਮੇਰਾ ਸੁਜੈਸ਼ਨ ਇਹ ਹੈ, ਜਿਹੜੇ 3 ਅਕਾਲੀ MLA ਜਿੱਤੇ ਨੇ, ਅਕਾਲੀ ਦਲ ਨੂੰ ਚਾਹੀਦਾ ਹੈ ਉਹਨਾਂ ਨੂੰ ਹੀ ਪ੍ਰਧਾਨਗੀ, ਮੀਤ ਪ੍ਰਧਾਨਗੀ, ਜਨਰਲ ਸਕੱਤਰ ਦੀਆਂ ਕੁਰਸੀਆਂ ਤੇ ਲਿਆ ਕੇ ਬਿਠਾ ਦੇਵੇ। ਨਾਲੇ ਇਹਨਾਂ ਦਾ ਮਾਨ ਸਨਮਾਨ ਹੋਊਗਾ, ਨਾਲੇ ਅਕਾਲੀ ਦਲ ਦੀ ਲੋਕਾਂ ਦੇ ਵਿੱਚ ਵਾਹਵਾ ਹੋਏਗੀ। ਸੋ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਵੱਡਾ ਇੰਜਨ ਕਿੱਥੋਂ ਲਿਆਵਾਂਗੇ, ਛੋਟਾ ਇੰਜਨ ਕਿਹੜਾ ਹੋਊਗਾ। ਇਹ ਕੋਈ ਵੱਡੇ ਇੰਜਨ ਨਹੀਂ ਹੈਗੇ, ਕੋਈ ਸਾਰੇ ਹੀ ਵੱਡੇ ਇੰਜਨ ਨੇ ਇੱਥੇ, ਸਿਰਫ ਇੱਕ ਵਿਸ਼ਵਾਸ ਦਿਖਾਉਣ ਦੀ ਲੋੜ ਹੁੰਦੀ ਹੈ। ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ। ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ, ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਖੜੀ ਹੋਈ ਪਾਰਟੀ ਦੇ ਉੱਤੇ ਅੱਜ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ, ਖਾਸ ਕਰ ਬਾਦਲ ਪਰਿਵਾਰ ਉੱਤੇ ਉੱਠਦੇ ਨੇ। ਇਸ ਕਰਕੇ ਚਰਚਾ ਲਾਜ਼ਮੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।